ਹੈਲੋ ਦੋਸਤੋ, ਵੈਲਕਮ ਟੂ ਸਿੱਧੀ ਪੰਜਾਬ। ਸੋ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਸਾਡੀ ਕਰੰਟ ਅਫੇਅਰਸ ਦੀ ਡਿਸਕਸ਼ਨ ਵਿੱਚ। ਦੇਖੋ, ਕਾਫੀ ਦਿਨਾਂ ਤੋਂ ਆਈ ਵਾਸ ਨਾਟ ਏਬਲ ਟੂ ਪੋਸਟ ਦਾ ਕਰੰਟ ਅਫੇਅਰਸ ਕਿਉਂਕਿ ਕਾਫੀ ਜ਼ਿਆਦਾ ਆਫੀਸ਼ੀਅਲ ਵਰਕ ਓਵਰਲੋਡ ਚੱਲ ਰਿਹਾ ਸੀ। ਆਈ ਕੁਡ ਨਾਟ ਪੋਸਟ ਦਾ ਕਰੰਟ ਅਫੇਅਰਸ ਵੀਡੀਓ, ਬਟ ਹੁਣ ਮੈਂ ਸਾਰਾ ਬੈਕਲੌਗ ਦੇ ਨਾਲ ਜਿਹੜਾ ਕਰੰਟ ਅਫੇਅਰਸ ਜਿਹੜੇ ਆ ਉਹ ਕਵਰ ਕਰਨ ਦੀ ਕੋਸ਼ਿਸ਼ ਕਰੂੰਗੀ। ਸੋ ਟੁਡੇ ਆਈ ਵਿਲ ਬੀ ਡਿਸਕਸਿੰਗ ਦੀ ਕਰੰਟ ਅਫੇਅਰਸ ਫਰੋਮ 1st to 8th ਸੈਪਟੈਂਬਰ। ਠੀਕ ਹੈ ਜੀ, ਸੈਪਟੈਂਬਰ ਦੇ ਹੀ ਮੈਂ ਪੋਸਟ ਨਹੀਂ ਕਰ ਪਾਈ। ਸੋ ਫਰਸਟ ਤੋਂ ਲੈ ਕੇ 8th ਤੱਕ ਅੱਜ ਮੈਂ ਕੰਪਲੀਟ ਕਰੂੰਗੀ ਤੇ ਹੌਲੀ ਹੌਲੀ ਕਰਕੇ ਬਾਕੀ ਸਾਰੀ ਡੇਟਸ ਦੇ ਵੀ ਅੱਗੇ ਮੈਂ ਕੰਪਲੀਟ ਕਰਦੀ ਰਹੂੰਗੀ। ਸੋ ਕੀਪ ਫੋਲੋਇੰਗ, ਡੂ ਨਾਟ ਵਰੀ ਅਬਾਊਟ ਇਟ। ਠੀਕ ਹੈ ਜੀ, ਪਹਿਲਾਂ ਟੌਪਿਕਸ ਦੇਖ ਲੈਂਦੇ ਹਾਂ ਜਿਹੜੇ ਅੱਜ ਆਪਾਂ ਡਿਸਕਸ ਕਰਾਂਗੇ। ਸੋ ਐਗਰੀਕਲਚਰ ਜਿਹੜਾ ਆਪਣਾ ਇਕੋਨਮੀ ਦਾ ਮੇਨ ਸਟੇ ਹੈ ਪੰਜਾਬ ਦਾ, ਉਹ ਕਾਫੀ ਇੰਪੈਕਟਡ ਰਹਿ ਰਹੀ ਹੈ। ਕਿਵੇਂ ਫਾਰਮਰ ਦੀ ਇਨਕਮ ਜਿਹੜੀ ਹੈ ਘਟ ਰਹੀ ਹੈ, ਕ੍ਰੌਪ ਜਿਹੜੀ ਹੈ ਇੰਨੀ ਪ੍ਰੋਡਕਸ਼ਨ ਨਹੀਂ ਰਹੀ ਹੈ, ਪ੍ਰੋਡਕਟਿਵਿਟੀ ਲੋ ਹੋ ਰਹੀ ਹੈ, ਉਸ ਤੇ ਡਾਟਾ ਆਇਆ ਹੈ। ठीक है जी, तो ये तो क्वेश्चन आना बहुत ही ज्यादा लाजमी है। इकोनॉमी, सोसाइटी, किसी भी पार्ट विच, ऐसे दे पार्ट विच क्वेश्चन आ सकता है बिकॉज एग्रीकल्चर इज अवर मेन स्टे ऑफ इकोनॉमी। तो इसलिए इस ते ਜਿਹੜੀ भी न्यूज़ आती है अपने लिए इंपॉर्टेंट होंगी है एंड दिस डेटा वी विल डिस्कस। सैकेंड है आसियान समिट होया है 2023 ਦਾ इंपॉर्टेंट है। आसियान है क्या, इंडिया ਦਾ आसियान ਲਈ सिग्निफिकेंस क्या है, all of that we will discuss in detail, so very important topic। नेक्स्ट देखो, एनिमल ਤੇ मैन ਦਾ कॉन्फ्लिक्ट बहुत ज्यादा चलता है। इफ यू हैव हर्ड दिस टर्म, बिकॉज ऑफ वेरियस रीजंस, हंटिंग करके, एक्सीडेंट्स करके, पोचिंग करके, फॉर ऑल दोज रीजंस एनिमल ਜਿਹੜੇ ਹੈ ਉਹ ਮਰ ਰਹੇ ਨੇ ਐਂਡ ਆਰ ਕਮਿੰਗ ਇਨ ਕਨਫਲਿਕਟ ਵਿਦ ਮੈਨ। ਐਂਡ ਵਾਈਸ ਵਰਸਾ ਵੀ ਹੁੰਦਾ ਹੈ, ਮੈਨ ਜਿਹੜਾ ਹੈ ਉਹ ਮਰ ਰਿਹਾ ਹੈ ਐਨੀਮਲ ਦੇ ਹੱਥੋਂ, ਰਾਈਟ, ਬਿਕॉज they are coming together। ਐਨੀਮਲ ਦਾ ਜਿਹੜਾ ਹੈਬਿਟੇਟ ਹੈ that is jungle, we are destroying them at fast pace। deforestation ਦੀ ਜਗ੍ਹਾ ਤੋਂ, industrialization ਦੀ ਵਜ੍ਹਾ ਤੋਂ, linear projects ਦੀ ਵਜ੍ਹਾ ਤੋਂ, these animals are coming in conflict with man, ਰਾਈਟ। ਸੋ ਇੰਨਾ ਕਨਫਲਿਕਟ ਕਰਕੇ ਕਿਆ ਹੋ ਰਿਹਾ ਹੈ, ਸਾਡੀ ਬਾਇਓਡਾਇਵਰਸਿਟੀ ਵੀ ਘਟ ਰਹੀ ਹੈ ਤੇ ਸਾਡੇ ਆਦਮੀ ਦੀ ਜਾਨ ਨੂੰ, ਐਨੀਮਲਸ ਦੀ ਜਾਨ ਨੂੰ ਵੀ ਖਤਰਾ ਹੈ। ਸੋ ਇਹ ਐਨੀਮਲ ਵਾਈਲਡ ਕਨਫਲਿਕਟ ਕਿਵੇਂ ਘਟਾਇਆ ਜਾ ਸਕਦਾ ਹੈ, ਉਹਦੇ ਲਈ ਇੱਕ ਇਨੋਵੇਟਿਵ ਸੋਲਿਊਸ਼ਨ ਸਾਹਮਣੇ ਆਇਆ ਹੈ, that we will discuss, right। then next article is on CEC, one nation one election। बहुत ही important topic है, already बहुत सारे question इस पे आ चुके हैं and again question can be there, ਜਿਹਨੂੰ ਆਪਾਂ simultaneous elections ਵੀ ਕਹਿੰਦੇ हैं। that is what we will discuss in detail। ਠੀਕ ਹੈ ਜੀ, ਉਸ ਤੋਂ ਬਾਅਦ ਪੰਜਾਬ ਵਿੱਚ ਫਰਸਟ ਟੂਰਿਜ਼ਮ ਸਮਿਟ ਆਰਗੇਨਾਈਜ਼ ਕੀਤਾ ਜਾ ਰਿਹਾ ਹੈ। ਪੰਜਾਬ ਆਪਦੀ ਇਕਨੋਮੀ ਨੂੰ ਵਧਾਉਣ ਲਈ, ਐਜ਼ ਆਈ ਟੋਲਡ ਯੂ, ਐਗਰੀਕਲਚਰ ਤੇ ਬਹੁਤ ਡਿਪੈਂਡੈਂਟ ਹੈ ਆਪਾਂ। ਹੁਣ ਦੂਸਰੇ ਸੈਕਟਰਸ ਵੀ ਪ੍ਰਮੋਟ ਕਰ ਰਿਹਾ ਹੈ, ਜਿਵੇਂ ਕਿ ਸਰਵਿਸਿਜ਼ ਸੈਕਟਰ। ਇਸ ਦੇ ਅੰਡਰ ਦੇਖੋ ਆਈਟੀ ਪਾਰਕਸ ਪੰਜਾਬ ਵਿੱਚ ਸੈਟਅਪ ਕੀਤੇ ਗਏ ਆ, ਮੋਹਾਲੀ ਪੂਰਾ ਆਈਟੀ ਸਿਟੀ ਬਣ ਰਿਹਾ ਹੈ। ਦੈਨ ਟੂਰਿਜ਼ਮ ਨੂੰ ਵੀ ਪ੍ਰਮੋਟ ਕਰਨ ਲਈ ਗਵਰਨਮੈਂਟ ਬਹੁਤ ਕੁਝ ਕਰ ਰਹੀ ਹੈ ਐਂਡ ਵਨ ਸਚ ਸਟੈਪ ਇਜ਼ ਟੂਰਿਜ਼ਮ ਸਮਿਟ। ਸੋ ਇਹਨੂੰ ਆਪਾਂ ਡਿਟੇਲ ਚ ਦੇਖਾਂਗੇ। ਫਾਈਨਲੀ ਪ੍ਰਿਜ਼ਨ ਰਿਫਾਰਮਸ ਤੇ ਇੱਕ ਕਮੇਟੀ ਆਈ ਹੈ। अगेन वेरी इंपॉर्टेंट टॉपिक, GS2 विच पूछा जा सकता है प्रिजन रिफॉर्म्स के बारे, और इवन इन केस स्टडीज एंड ऑल ऐसे ऑल्सो। तो ये सारे टॉपिक्स बहुत इंपॉर्टेंट है, इन्हों आपां एक एक करके डिटेल च डिस्कस करांगे। प्लीज लाइक, शेयर एंड सबसक्राइब माई चैनल विद एज मैनी पीपल एज यू कैन, ताकि अपना चैनल अगे ਵਧੇ एंड ਆਪਾਂ ਹੋਰ ਰਿਸੋਰਸਸ ਤੁਹਾਨੂੰ ਪ੍ਰੋਵਾਈਡ ਕਰ ਸਕੀਏ, ਰਾਈਟ। ਐਂਡ ਇਫ ਯੂ ਹੈਵ ਐਨੀ ਡਾਊਟ, ਐਨੀ ਕੁਐਰੀ, ਯੂ ਵਾਂਟ ਟੂ ਰੀਚ ਆਊਟ ਟੂ ਮੀ, you can just contact me at this number। just drop a message, WhatsApp कर दो या call करो to discuss your queries for personal guidance or anything like that। एंड अगर ਤੁਸੀਂ ਕੋਈ ਵੀ ਰਿਸੋਰਸ ਲੈਣਾ ਚਾਹੁੰਦੇ ਹੋ ਕਰੰਟ ਅਫੇਅਰਸ, ਟੈਸਟ ਸੀਰੀਜ਼ ਪੰਜਾਬ ਨਾਲ ਰਿਲੇਟਡ, you can find them on our website www.siddhipunjab.com, right। so all the resources are available, you just need to reach out, right। now let's start with the first topic, crop production paying dwindling dividends। ठीक है जी, मतलब क्या है, क्रॉप प्रोडक्शन ਜਿਹੜੀ ਹੈ ਰਿਨਿਊਮਰੇਟਿਵ ਨਹੀਂ ਰਹੀ ਹੈ, ਇਸ ਤੋਂ ਜ਼ਿਆਦਾ ਕਮਾਈ ਕਿਸਾਨ ਨੂੰ ਨਹੀਂ ਹੋ ਪਾ ਰਹੀ ਹੈ, right। so the news is saying the income of agricultural households from crop production is decreasing। ਠੀਕ ਹੈ, ਕ੍ਰੌਪ ਪ੍ਰੋਡਕਸ਼ਨ ਦੇਖੋ ਪੰਜਾਬ ਵਿੱਚ ਕਾਫੀ ਤਰੀਕਿਆਂ ਨਾਲ ਇੰਪੈਕਟ ਹੋ ਰਹੀ ਹੈ। ਦੇਖੋ ਸਮਾਲ ਲੈਂਡ ਹੋਲਡਿੰਗਸ ਹੈ, ਪਹਿਲਾਂ ਹੀ ਉਹਨਾਂ ਦੀ ਮੈਕਨਾਈਜੇਸ਼ਨ ਪੋਸੀਬਲ ਨਹੀਂ ਹੁੰਦੀ, ਜ਼ਿਆਦਾ ਰਿਨਿਊਮਰੇਟਿਵ ਨਹੀਂ ਹੁੰਦੀ ਉਹ, ਰਾਈਟ। ਉਸ ਤੋਂ ਬਾਅਦ ਸਾਇੰਟਿਫਿਕ ਤਰੀਕੇ ਜ਼ਿਆਦਾ ਯੂਜ਼ ਨਹੀਂ ਹੋ ਰਹੇ। ਰਾਈਸ ਵੀਟ ਦਾ ਪੈਟਰਨ ਜਿਹੜਾ ਹੈ ਕੰਟੀਨਿਊਸ ਬੇਸਿਸ ਤੇ ਕਿਸਾਨ ਜਿਹੜੇ ਆ ਯੂਜ਼ ਕਰਦੇ ਆ, ਜਿਹਦੀ ਵਜ੍ਹਾ ਤੋਂ ਸੋਇਲ ਫਰਟੀਲਿਟੀ ਇੰਪੈਕਟ ਹੋ ਰਹੀ ਹੈ, ਗਰਾਊਂਡ ਵਾਟਰ ਇੰਪੈਕਟ ਹੋ ਰਿਹਾ ਹੈ, ਅਲਟੀਮੇਟਲੀ ਓਵਰਆਲ ਪ੍ਰੋਡਕਟਿਵਿਟੀ ਤੇ ਇੰਪੈਕਟ ਆ ਰਿਹਾ ਹੈ, ਰਾਈਟ। ਸੋ ਇਸ ਨਿਊਜ਼ 'ਚ ਇਹ ਕਿਹਾ ਜਾ ਰਿਹਾ ਹੈ ਬਿਕੋਜ਼ ਆਫ ਵੇਰੀਅਸ ਰੀਜ਼ਨਸ
ਪੰਜਾਬ ਦੇ ਐਗਰੀਕਲਚਰਲ ਹਾਊਸਹੋਲਡਸ ਉਹ ਜ਼ਿਆਦਾ ਕ੍ਰੌਪ ਪ੍ਰੋਡਕਸ਼ਨ ਨਹੀਂ ਕਰ ਪਾ ਰਹੇ, ਉਸ ਤੋਂ ਜ਼ਿਆਦਾ ਪੈਸਾ ਨਹੀਂ ਕਮਾ ਪਾ ਰਹੇ, ਤਾਂ ਹੁਣ ਉਹ ਕਿਆ ਕਰ ਰਹੇ ਹੈ, ਵੇਜਿਸ ਤੇ ਸੈਲਰੀਜ਼ ਤੇ ਡਿਪੈਂਡ ਕਰ ਰਹੇ ਹੈ। ਵੇਜਿਸ ਤੇ ਸੈਲਰੀਜ਼ ਮਤਲਬ ਐਜ਼ ਅ ਲੇਬਰ ਵਰਕ ਕਰਨਾ ਪੈ ਰਿਹਾ ਉਹਨਾਂ ਨੂੰ ਦੂਜੇ ਫੀਲਡਸ ਤੇ, ਸੋ ਦੈਟ ਦੇ ਕੈਨ ਅਰਨ ਅ ਮਿਨੀਮਮ ਲਿਵਿੰਗ, right? So ਜਿਹੜੇ small ਤੇ marginal farmers ਹੈ, they are turning into laborers and they are earning through wages and salaries। ਇਹਨਾਂ ਦੇ ਜਿਹੜੇ small farms ਹੈ ਉਹ ਤਾਂ unprofitable ਹੋ ਗਏ ਨੇ, that is why either they are leasing out their land or they are becoming laborers themselves। ਜਾਂ ਤਾਂ ਆਪਦੀ land ਨੂੰ rent ਤੇ ਦੇ ਰਹੇ ਨੇ ਜਾਂ ਖੁਦ ਦੂਸਰਿਆਂ ਦੀ lands ਤੇ ਕੰਮ ਕਰ ਰਹੇ ਨੇ, right? So ਇਹ ਬਹੁਤ ਵਰੀਸਮ ਡੇਟਾ ਹੈ, ਇਹ ਫੈਕਟ ਹੈ, right? Although ਇਹ ਡਾਟਾ ਬਹੁਤ complicated ਹੈ ਪੜ੍ਹਨ ਲਈ, you can just go through it for general knowledge, right? So ਜ਼ਿਆਦਾ ਆਪਾਂ ਇਹਨੂੰ use ਨਹੀਂ ਕਰ ਪਾਵਾਂਗੇ ਕਿਉਂਕਿ ਕਾਫੀ complicated ਡਾਟਾ ਹੈ। this you can look after, but ਇਹ observation ਜਿਹੜੀ ਹੈ ਯਾਦ ਰੱਖਣੀ ਹੈ, ਇਹ ਆਪਾਂ ਜ਼ਰੂਰ ਆਪਦੇ ਆਨਸਰਸ ਵਿੱਚ use ਕਰ ਸਕਦੇ ਹੈ, ਰਾਈਟ? ਇਸੇ ਲਈ ਆਰਟੀਕਲ ਕਹਿ ਰਿਹਾ ਹੈ ਕਿ ਆਪਾਂ ਨੂੰ ਬਹੁਤ ਜ਼ਰੂਰਤ ਹੈ ਕਿ ਸਮਾਲ ਫਾਰਮਰਸ ਦੀ ਓਨਰਸ਼ਿਪ ਨੂੰ, ਲੈਂਡ ਓਨਰਸ਼ਿਪ ਨੂੰ ਜੋ ਹੈ ਉਹਨੂੰ ਬਣਾ ਕੇ ਰੱਖਿਆ ਜਾਵੇ, ਉਹਨਾਂ ਨੂੰ ਇੰਸ਼ੋਰੈਂਸ, ਕ੍ਰੈਡਿਟ ਤੇ ਅਦਰ ਸਰਵਿਸਿਜ਼ ਦਿੱਤੀਆਂ ਜਾਣ, ਠੀਕ ਹੈ? ਇੰਸ਼ੋਰੈਂਸ ਮਤਲਬ ਅਗਰ ਕਦੀ ਪ੍ਰੋਡਕਸ਼ਨ ਲੋ ਹੁੰਦੀ ਹੈ ਤਾਂ ਉਹਨਾਂ ਨੂੰ ਕਵਰ ਮਿਲਣਾ ਚਾਹੀਏ, ਇੰਸ਼ੋਰੈਂਸ ਕਵਰ। ਜਿਵੇਂ ਤੁਹਾਡੇ ਕੋਲ ਹੈਲਥ ਇੰਸ਼ੋਰੈਂਸ ਹੈਗਾ ਹੈ, ਤੁਹਾਡੀ ਹੈਲਥ ਖਰਾਬ ਹੁੰਦੀ ਹੈ, ਕੰਪਨੀਜ਼ ਪੇ ਕਰਦੀਆਂ ਨੇ, ਯੂ ਆਰ ਜਸਟ ਪੇਇੰਗ ਅ ਸਮਾਲ ਪ੍ਰੀਮੀਅਮ ਰੈਗੂਲਰ ਬੇਸਿਸ ਤੇ, ਠੀਕ ਹੈ? ਇਸੇ ਤਰੀਕੇ ਨਾਲ ਕਿਸਾਨ ਨੂੰ ਕਰਜ਼ਾ ਦੇਣਾ ਚਾਹੀਦਾ ਹੈ ਫॉर देयर ਸੀਜ਼ਨ, ਫॉर देयर ਐਗਰੀਕਲਚਰਲ ਸੀਜ਼ਨ। ਤੋ ਇਹ ਸਭ ਤਰੀਕੇ ਨਾਲ ਕਿਸਾਨ ਨੂੰ ਹੈਲਪ ਕਰਨੀ ਚਾਹੀਦੀ ਹੈ ਤਾਂ ਕਿ ਉਹਨਾਂ ਦੇ ਇਸ਼ੂਜ਼ ਨੂੰ ਸੋਲਵ ਕੀਤਾ ਜਾ ਸਕੇ, ਰਾਈਟ? ਸੋ ਆਬਜ਼ਰਵੇਸ਼ਨ ਇੰਪੋਰਟੈਂਟ ਹੈ, ਆਪਦੇ ਕੋਲ ਲਿਖ ਕੇ ਰੱਖੋ। ਸੈਕਿੰਡ, ਆਸੀਆਨ ਸਮਿਟ 2023 ਹੋ ਰਿਹਾ ਹੈ, ਬਹੁਤ ਇੰਪੋਰਟੈਂਟ ਹੈ। तो पहला देख लेते हैं आसियान है क्या। देखो 10 कंट्रीज का ग्रुपिंग है। आसियान इज अ ग्रुपिंग ऑफ 10 साउथ ईस्ट एशियन कंट्रीज। ये साउथ ईस्ट एशियन कंट्रीज क्या है, सारी इंडिया दी नेबरिंग या तुसी कह सकते हो एक्सटेंडेड नेबरहुड वाली कंट्रीज विच इंक्लूड्स म्यांमार, लाओस, वियतनाम, ਕੰਬੋਡੀਆ, ਥਾਈਲੈਂਡ, ਰਾਈਟ? ਇਹ 5 ਕੰਟਰੀਜ਼, ਇਹਨਾਂ ਨੂੰ ਆਪਾਂ ਮਿਲਾ ਕੇ ਇਹ ਸਾਰੇ ਰੀਜਨ ਇੰਡੋ ਚਾਈਨਾ ਵੀ ਕਹਿੰਦੇ ਹੈ, ਰਾਈਟ? ਉਸ ਤੋਂ ਬਾਅਦ ਮਲੇਸ਼ੀਆ, ਸਿੰਗਾਪੁਰ, ਫਿਲੀਪੀਨਸ, ਬਰੂਨei ਐਂਡ ਇੰਡੋਨੇਸ਼ੀਆ, ਰਾਈਟ? ਇਹ 10 ਕੰਟਰੀਜ਼ ਮਿਲਾ ਕੇ ਜੋ ਹੈ ਆਸੀਆਨ ਗਰੁੱਪਿੰਗ ਨੂੰ बढ़तियां है, ਤੁਸੀਂ ਕਹਿ ਸਕਦੇ ਹੋ ਸਾਊਥ ਈਸਟ ਏਸ਼ੀਅਨ, इसीलिए देखो एसोसिएशन ऑफ साउथ ईस्ट एशियन नेशंस, राइट? दीज 10 कंट्रीज कंपोज। तो देखो ये ग्रुपिंग्स बनदियां क्यों है, ਆਪਾਂ सार्क ग्रुपिंग भी है, बिम्स्टेक भी है, बहुत सारी टाइप दी अपने कोल ग्रुपिंग्स ਹੁੰਦੀਆਂ है। so usually ये groupings are meant for cooperation usually for development, prosperity, co-prosperity, ताकि इकट्ठे मिलके ग्रो कर सकिए, इकट्ठे मिलके ਗਰੀਬੀ ਨੂੰ ਖਤਮ ਕਰ ਸਕੀਏ, ਹੰਗਰ ਨੂੰ ਖਤਮ ਕਰ ਸਕੀਏ, ਇੱਕ ਦੂਸਰੇ ਨਾਲ ਕੋਲੈਬੋਰੇਟ ਕਰ ਸਕੀਏ। so this grouping is also for stability, political and social stability, ਲੜਾਈਆਂ ਖਤਮ ਕਰੀਏ, ਪੀਸ ਐਸਟੈਬਲਿਸ਼ ਕਰੀਏ, ਪ੍ਰੋਸਪੈਰਿਟੀ ਨੂੰ ਅਚੀਵ ਕਰੀਏ। ਫॉर दैट पर्पस दिस ग्रुपिंग हैज बीन मेड। ਆਸੀਆਨ ਦਾ ਮੋਟੋ ਕਿਆ ਹੈ, ਕਦੀ ਕੁਐਸਚਨ ਆ ਜਾਂਦਾ ਤੁਹਾਨੂੰ ਪ੍ਰੀ ਦੇ ਵਿੱਚ, ਵਨ ਵਿਜ਼ਨ, ਵਨ ਆਇਡੈਂਟੀਟੀ, ਵਨ ਕਮਿਊਨਿਟੀ। ਕਿ ਅਸੀਂ, ਸਾਡੀ ਇੱਕ ਵਿਜ਼ਨ ਹੈ, that is growth and peace, ਵਨ ਆਇਡੈਂਟੀਟੀ ਹੈ, ਅਸੀਂ ਸਾਊਥ ਈਸਟ ਏਸ਼ੀਅਨ ਨੇਸ਼ਨਸ ਨੇ, ਅਸੀਂ ਇੱਕ ਕਮਿਊਨਿਟੀ ਹਾਂ, ਰਾਈਟ? 8 ਅਗਸਤ ਨੂੰ ਹਰ ਸਾਲ ਜਿਹੜਾ ਹੈ ਆਸੀਆਨ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ। ਆਸੀਆਨ ਦਾ ਅਗਰ ਸੈਕਟਰੀਏਟ ਦੇਖੀਏ, ਹੈਡਕੁਆਟਰਸ ਦੇਖੀਏ, ਉਹ ਇੰਡੋਨੇਸ਼ੀਆ ਜਕਾਰਤਾ ਵਿੱਚ ਹੈ, ਠੀਕ ਹੈ? ਇਹ 10 ਕੰਟਰੀਜ਼ ਵਿੱਚੋਂ ਇੰਡੋਨੇਸ਼ੀਆ ਜਕਾਰਤਾ ਵਿੱਚ ਉਹਦਾ ਹੈਡਕੁਆਟਰਸ ਹੈ। ਹੁਣ ਦੇਖੋ 23 ਦਾ ਜਿਹੜਾ ਇਹਨਾਂ ਦਾ ਸਮਿਟ ਹੋਇਆ, ਉਸ 'ਚ ਇੰਡੀਆ ਨੇ ਵੀ ਪਾਰਟਿਸਿਪੇਟ ਕੀਤਾ, ਰਾਈਟ? ਸੋ ਆਪਾਂ ਦੇਖਾਂਗੇ ਕਿ ਇੰਡੀਆ ਲਈ ਆਸੀਆਨ ਕਿਉਂ ਇੰਪੋਰਟੈਂਟ ਹੈ। ਪਹਿਲਾਂ ਆਪਾਂ ਦੇਖ ਲੈਂਦੇ ਹਾਂ ਕਿ ਆਸੀਆਨ ਗਰੁੱਪਿੰਗ ਬਣੀ ਕਿਉਂ ਹੈ। ब्रॉडली मैं ਤੁਹਾਨੂੰ ਦੱਸਦਾ ग्रोथ ਪ੍ਰੋਸਪੈਰਿਟੀ ਲਈ डिटेल ਵਿੱਚ क्या-क्या ऑब्जेक्टिव्स ਹੈ ਇਹਨਾਂ ਦੇ, ਉਹ ਆਪਾਂ ਦੇਖਦੇ ਹਾਂ। ਦੇਖੋ ਫਰਸਟ ਆਬਜੈਕਟਿਵ ਇਹੀ ਹੈ ਕਿ ਆਪਦੀ ਕੰਟਰੀਜ਼ ਦੀ ਇਕਨੋਮਿਕ ਗਰੋਥ ਨੂੰ ਬੂਸਟ ਕੀਤਾ ਜਾਵੇ, ਰਾਈਟ? ਸੋਸ਼ਲ ਪ੍ਰੋਗਰੈਸ ਨੂੰ ਅੱਗੇ ਵਧਾਇਆ ਜਾਏ। ਸੋਸ਼ਲ ਪ੍ਰੋਗਰੈਸ ਮਤਲਬ ਪਾਵਰਟੀ, ਹੰਗਰ, ਐਜੂਕੇਸ਼ਨ, ਹਸਪੀਟਲ ਨੀਡਸ, ਇਹ ਸਭ ਚੀਜ਼ਾਂ ਨੂੰ ਮਿਟ ਕੀਤਾ ਜਾਵੇ। ਜਿਹੜੇ ਇਸ਼ੂਜ਼ ਹੈ ਉਹਨਾਂ ਨੂੰ ਸੋਲਵ ਕੀਤਾ ਜਾਵੇ, ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਰਵਿਸਿਜ਼ ਪ੍ਰੋਵਾਈਡ ਕੀਤਾ ਜਾਵੇ, ਸਹੂਲਤਾਂ ਪ੍ਰੋਵਾਈਡ ਕੀਤੀਆਂ ਜਾ ਸਕਣ, ਠੀਕ ਹੈ ਜੀ? ਉਸ ਤੋਂ ਬਾਅਦ ਕਲਚਰਲ ਕੋਆਪਰੇਸ਼ਨ ਕੀਤੀ ਜਾਵੇ। ਦੇਖੋ ਇਹ ਸਾਰੀ ਬੁੱਧਿਸਟਿਕ ਕੰਟਰੀਜ਼ ਹੈ, ਠੀਕ ਹੈ? ਬਾਕੀ ਜੋ ਵੀ ਕਲਚਰਲ ਦੇ ਇਹਨਾਂ ਦੇ ਐਲੀਮੈਂਟਸ ਹੈ ਉਹਨਾਂ ਨੂੰ ਐਕਸਚੇਂਜ ਕੀਤਾ ਜਾਵੇ, ਟੂਰਿਜ਼ਮ ਨੂੰ ਵਧਾਇਆ ਜਾਵੇ,
ਇਸ ਤਰੀਕੇ ਨਾਲ ਵੀ ਇਹਨਾਂ ਦਾ ਫੋਕਸ ਹੈ। ਇਸੇ ਲਈ ਤੁਸੀਂ ਦੇਖੋ, ਤੁਸੀਂ ਕਦੀ ਵੀ ਇੰਡੋਨੇਸ਼ੀਆ ਵਗੈਰਾ ਚਲੇ ਜਾਓ, ਤੁਸੀਂ ਸਿੰਗਾਪੋਰ ਚਲੇ ਜਾਓ, you might have visited some of these places, you will see people from different Southeast Asian nations there। ਬਹੁਤ ਜ਼ਿਆਦਾ ਕੁਆਂਟੀਟੀ 'ਚ ਤੁਹਾਨੂੰ ਫਿਲੀਪੀਨੋ ਲੋਕ ਮਿਲਣਗੇ, ਇੰਡੋਨੇਸ਼ੀਅਨ ਲੋਕ ਮਿਲਣਗੇ। ਇਫ ਯੂ ਗੋ ਟੂ ਸਿੰਗਾਪੋਰ, ਆਈ ਐਮ ਟਾਕਿੰਗ ਅਬਾਊਟ ਮਲੇਸ਼ੀਅਨ ਲੋਕ ਬਹੁਤ ਮਿਲਣਗੇ। ਮਲੇਸ਼ੀਆ ਤਾਂ ਉੱਥੇ ਰਹਿੰਦੇ ਵੀ ਬਹੁਤ ਹੈ, ਤਿੰਨ ਮੇਨ ਲੋਕ ਰਹਿੰਦੇ ਆ ਉੱਥੇ, ਮਲੇਸ਼ੀਅਨ, ਤਮਿਲ ਐਂਡ ਚਾਈਨੀਜ਼ ਐਥਨਿਸਿਟੀ ਦੇ ਲੋਕ ਮੈਕਸਿਮਮ ਪੋਪੂਲੇਸ਼ਨ ਸਿੰਗਾਪੋਰ ਦਾ ਬਣਾਉਂਦੇ ਨੇ। ਤਮਿਲ, ਇੰਡੀਅਨ ਤਮਿਲ ਲੋਕ ਵੀ ਹੈ। ਇਹ ਤਿੰਨ ਲੈਂਗੁਏਜਸ ਵੀ ਉੱਥੇ ਬਹੁਤ ਫੇਮਸ ਹੈ, ਮੈਂਡਰਿਨ, ਮਲੇਸ਼ੀਅਨ ਤੇ ਤਮਿਲ, ਰਾਈਟ, ਅਲੋਂਗ ਵਿਦ ਇੰਗਲਿਸ਼। ਸੋ that is how they are, that is how cultural development is being focused upon। ਠੀਕ ਹੈ ਜੀ। ਉਸ ਤੋਂ ਬਾਅਦ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਇਸ਼ੂਜ਼ ਹੈ ਉਹਨਾਂ ਤੇ ਕੋਆਪਰੇਟ ਕਰਨ, ਯੂਐਨ ਤੇ ਬੈਠ ਕੇ ਕਾਮਨ ਕੰਸੈਂਸਸ ਨਾਲ ਇੱਕ ਵੌਇਸ ਚ ਰੇਜ਼ ਕਰਨ, ਕਲਾਈਮੇਟ ਚੇਂਜ ਦੇ ਇਸ਼ੂਜ਼ ਤੇ ਗੱਲ ਕਰਨ, ਟੈਰਰਿਜ਼ਮ ਹੋ ਜਾਏ ਜਾਂ ਸੀ ਲੈਵਲ ਰਾਈਜ਼ ਹੋਵੇ, ਪਲਾਸਟਿਕ ਪੋਲਿਊਸ਼ਨ ਹੋਵੇ, ਇਸ ਤਰੀਕੇ ਦੇ ਜਿੰਨੇ ਵੀ ਇੰਟਰਨੈਸ਼ਨਲ ਇਸ਼ੂਜ਼ ਹੈ ਉਹਨਾਂ ਤੇ ਇਕੱਠੇ ਇਹ ਕੋਲੈਬੋਰੇਟ ਕਰ ਸਕਣ, ਇੱਕ ਮਤ ਪ੍ਰੈਜ਼ੈਂਟ ਕਰ ਸਕਣ। that is also the motive of ASEAN। ਤਈ ASEAN ਨਾਮ ਦਾ ਗਰੁੱਪਿੰਗ ਬਣਾਇਆ ਹੈ ਜਿੱਥੇ ਬੈਠ ਕੇ ਆਪਦੇ ਇਸ਼ੂਜ਼ ਰਿਜ਼ੋਲਵ ਕਰਨਗੇ ਤੇ ਅੱਗੇ ਵਧਣ ਦੀ ਕੋਸ਼ਿਸ਼ ਕਰਨਗੇ, ਰਾਈਟ। ਉਸ ਤੋਂ ਬਾਅਦ ਪੀਸ ਤੇ ਸਟੇਬਿਲਿਟੀ ਐਸਟੈਬਲਿਸ਼ ਕਰਨ। ਐਜ਼ ਆਈ ਟੋਲਡ ਯੂ ਕਿ ਦੇਖੋ, ਜਦੋਂ ਨੇਬਰਿੰਗ ਕੰਟਰੀਜ਼ ਹੈ, ਲੜਾਈਆਂ ਵੀ ਹੋ ਸਕਦੀਆਂ, ਟੈਰੀਟੋਰੀਅਲ ਡਿਸਪਿਊਟਸ ਵੀ ਹੋ ਸਕਦੇ ਨੇ, ਤਾਂ ਉਹ ਸਭ ਨੂੰ ਰਿਜ਼ੋਲਵ ਕਰਨਾ ਹੈ। ਰਾਦਰ ਪੀਸ ਤੇ ਸਟੇਬਿਲਿਟੀ ਐਸਟੈਬਲਿਸ਼ ਕਰਨ ਦਾ ਆਸੀਆਨ ਦਾ ਮੋਟਿਵ ਹੈ, ਰਾਈਟ। ਸੋ ਹਰ ਫੀਲਡ 'ਚ ਕੋਲੈਬੋਰੇਟ ਕਰਨਾ ਹੀ ਆਸੀਆਨ ਦਾ ਅਲਟੀਮੇਟ ਏਮ ਹੈ। ਇਕਨੋਮਿਕ ਹੋਵੇ, ਸੋਸ਼ਲ ਹੋਵੇ, ਕਲਚਰਲ ਹੋਵੇ, ਸਾਇੰਸ ਟੈਕਨੋਲੋਜੀ ਨੂੰ ਐਕਸਚੇਂਜ ਕਰਨਾ, ਰਾਈਟ, ਐਡਮਿਨਿਸਟ੍ਰੇਟਿਵ ਨੌਲੇਜ ਨੂੰ ਐਕਸਚੇਂਜ ਕਰਨਾ, all of that is what is being focused by ASEAN, ਰਾਈਟ। ਇਹ ਸਾਰੇ ਆਬਜੈਕਟਿਵਸ ਨੇ ਇਹਦੇ, ਤੁਸੀਂ ਇਹਨਾਂ ਨੂੰ ਯਾਦ ਕਰ ਸਕਦੇ ਹੋ। ਕੋਈ ਕੁਐਸਚਨ ਆਵੇ, ਯੂ ਕੈਨ ਆਨਸਰ ਇਟ। ਨਾਓ ਏਸ਼ੀਆ, ਇੰਡੀਆ, what about the cooperation of India and ASEAN? ਇੰਡੀਆ ਤੇ ਆਸੀਆਨ ਕਿਵੇਂ ਕੋਆਪਰੇਟ ਕਰ ਰਹੇ ਆ, ਉਹ ਦੇਖਦੇ ਹਾਂ ਕਿ ਡਿਫਰੈਂਟ ਵੇਜ਼ 'ਚ ਇੰਡੀਆ ਕਿਵੇਂ ਰੀਚ ਆਊਟ ਕਰਨ ਦੀ ਕੋਸ਼ਿਸ਼ ਕਰ ਰਿਹਾ ਆਸੀਆਨ ਨੂੰ। ਸੋ ਦੇਖੋ, ਦੇਰ ਆਰ ਨੰਬਰ ਆਫ ਸਟੈਪਸ ਜਾਂ ਇਨੀਸ਼ੀਏਟਿਵਸ ਤੁਸੀਂ ਕਹਿ ਸਕਦੇ ਹੋ ਜਿਹੜੇ ਇੰਡੀਆ ਨੇ ਲਿੱਤੇ ਹੈ ਟੂ ਸਟਰੈਂਥਨ ਇਟਸ ਟਾਈਜ਼ ਵਿਦ ਆਸੀਆਨ। ਦੋਜ਼ ਆਰ ਪ੍ਰੈਜ਼ੈਂਟਡ ਬਿਫੋਰ ਯੂ। ਸਭ ਤੋਂ ਪਹਿਲਾ ਹੈ ਸਾਡੀ ਐਕਟ ਈਸਟ ਪਾਲਿਸੀ। You all know Act East policy ਦੇ under India is trying to build infrastructure to actually get linked to the ASEAN countries। तो ਸਭ ਤੋਂ ਪਹਿਲਾਂ ਤਾਂ ਸਾਡਾ policy vision Act East policy ਨਾਲ ਹੀ clear ਹੁੰਦਾ ਹੈ that we want to connect with the ASEAN countries। ਸੈਕਿੰਡ ਹੈਗਾ, ਦੇਖੋ ਆਸੀਆਨ ਕੰਟਰੀਜ਼ ਲਈ ਅਸੀਂ ਸੈਪਰੇਟ ਮਿਸ਼ਨ ਬਣਾਇਆ ਹੋਇਆ ਹੈ, ਰਾਈਟ। ਸਾਡੀ ਜਿਹੜੀ ਐਕਸਟਰਨਲ ਅਫੇਅਰਸ ਦੀ ਮਿਨਿਸਟਰੀ ਹੈ ਉਹਦੇ ਵਿੱਚ ਸੈਪਰੇਟ ਮਿਸ਼ਨ ਹੈਜ਼ ਬੀਨ ਐਸਟੈਬਲਿਸ਼ਡ ਟੂ ਡੀਲ ਵਿਦ ਆਸੀਆਨ ਕੰਸਰਨਸ, ਈਸਟ ਏਸ਼ੀਅਨ ਕੰਟਰੀਜ਼ ਨਾਲ ਡੀਲ ਕਰਨ ਵਾਸਤੇ, ਰਾਈਟ। ਉਸ ਤੋਂ ਬਾਅਦ ਥਰਡ ਇੰਪੋਰਟੈਂਟ ਸਟੈਪ ਹੈਗਾ ਹੈ ਡਾਇਲੋਗ ਪਾਰਟਨਰਸ਼ਿਪ। 25 ਸਾਲਾਂ ਤੋਂ ਅਸੀਂ ਇਕੱਠੇ ਬੈਠ ਕੇ ਗੱਲਬਾਤ ਕਰ ਰਹੇ ਹਾਂ, ਸਾਡੇ ਇਸ਼ੂਜ਼ ਤੇ ਕੋਲੈਬੋਰੇਟ ਕਰ ਰਹੇ ਹਾਂ, ਤੇ 5 ਸਾਲ ਸਾਡੀ ਸਟ੍ਰੈਟੇਜਿਕ ਪਾਰਟਨਰਸ਼ਿਪ ਨੂੰ ਵੀ ਹੋ ਚੱਲੇ ਨੇ, right? Again, very significant you can say achievement। Fourth, economic field 'ਚ ਅਗਰ ਤੁਸੀਂ ਕੋਆਪਰੇਸ਼ਨ ਦੇਖੋ, ਇੰਡੀਆ ਆਸੀਆਨ ਦੀ ਉਹ ਵੀ ਬਹੁਤ ਹਾਈ ਹੈ। ਆਸੀਆਨ ਸਾਡਾ ਫੋਰਥ ਲਾਰਜੈਸਟ ਟ੍ਰੇਡਿੰਗ ਪਾਰਟਨਰ ਹੈ, ਰਾਈਟ। ਇੰਡੀਆ ਦਾ ਟ੍ਰੇਡ ਆਸੀਆਨ ਦੇ ਨਾਲ ਆਲਮੋਸਟ 10% ਜਾਂ 11% ਦੇ ਨੇੜੇ ਹੈ। ਇੰਡੀਆ ਦੇ ਓਵਰਆਲ ਟ੍ਰੇਡ 'ਚੋਂ 11% ਟ੍ਰੇਡ ਆਪਾਂ ਆਲਮੋਸਟ ਆਸੀਆਨ ਨਾਲ ਕਰ ਰਹੇ ਹਾਂ। ਇੰਡੀਆ ਦੇ ਟੋਟਲ ਐਕਸਪੋਰਟਸ 'ਚੋਂ ਆਲਮੋਸਟ 11% ਐਕਸਪੋਰਟਸ ਜਿਹੜੇ ਅਸੀਂ ਆਸੀਆਨ ਵੱਲ ਭੇਜ ਰਹੇ ਹਾਂ, ਰਾਈਟ। ਤੇ ਆਸੀਆਨ ਇੰਡੀਆ ਦਾ ਫ੍ਰੀ ਟ੍ਰੇਡ ਏਰੀਆ ਵੀ ਬਣ ਚੁੱਕਿਆ ਹੈ, ਰਾਈਟ। ਸੋ ਇਹ ਬਹੁਤ ਵੱਡੀਆਂ ਇਕਨੋਮਿਕ ਅਚੀਵਮੈਂਟਸ ਹੈ। ਤੁਸੀਂ ਕਹੋ ਓਵਰਆਲ ਟ੍ਰੇਡ, ਐਕਸਪੋਰਟਸ, ਫ੍ਰੀ ਟ੍ਰੇਡ ਏਰੀਆ ਹੋਣਾ, ਤੇ ਆਸੀਆਨ ਇੰਡੀਆ ਬਿਜ਼ਨਸ ਕਾਉਂਸਲ ਵੀ ਐਸਟੈਬਲਿਸ਼ ਕੀਤੀ ਗਈ ਹੈ ਤਾਂ ਕਿ ਜਿਹੜੇ ਉੱਥੋਂ ਦੇ ਬਿਜ਼ਨਸਮੈਨ ਅਗਰ ਉਹ ਇੱਥੇ ਇਨਵੈਸਟ ਕਰਨਾ ਚਾਹੁੰਦੇ ਹੈ ਤਾਂ ਈਜ਼ੀਲੀ ਇਹ ਕਾਉਂਸਲਸ ਦੇ ਥਰੂ ਦੇ ਵਿਲ ਕੋਲੈਬੋਰੇਟ, ਡਿਸਕਸ, ਰਿਜ਼ੋਲਵ ਇਸ਼ੂਜ਼ ਐਂਡ ਆਲ ਦੈਟ ਸਟਫ, ਰਾਈਟ। ਸੋ ਇਕਨੋਮਿਕ ਫੀਲਡ 'ਚ ਵੀ ਕੋਆਪਰੇਸ਼ਨ ਬਹੁਤ ਜ਼ਿਆਦਾ ਹੈ। ਉਸ ਤੋਂ ਬਾਅਦ ਤੁਸੀਂ ਅਗਰ ਦੇਖੋ ਸੋਸ਼ੀਓ ਕਲਚਰਲ ਫੀਲਡ ਵਿੱਚ ਪੀਪਲ ਟੂ ਪੀਪਲ ਟਾਈ ਦੇ ਵਿੱਚ ਇੰਡੀਆ ਕੋਲੈਬੋਰੇਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦੇਵਾਂ, ਇੰਡੀਆ ਬਹੁਤ ਸਾਰੀ ਆਰਕੀਓਲੋਜੀਕਲ ਪ੍ਰੀਜ਼ਰਵੇਸ਼ਨ ਪ੍ਰੋਜੈਕਟ ਵਿੱਚ ਇਹਨਾਂ ਕੰਟਰੀਜ਼ ਵਿੱਚ ਵਰਕ ਕਰ ਰਿਹਾ ਹੈ। ਕੰਬੋਡੀਆ ਜਿਹੀ ਜਿਹੀ ਕੰਟਰੀਜ਼ ਜਿਹੜੀਆਂ ਕਿ ਆਰਕੀਓਲੋਜੀਕਲੀ ਬਹੁਤ ਰਿਚ ਕੰਟਰੀਜ਼ ਹੈ, ਸਾਡਾ ASI ਆਰਕੀਓਲੋਜੀਕਲ ਸਰਵੇ ਆਫ ਇੰਡੀਆ ਇਜ਼ ਵਰਕਿੰਗ ਇਨ ਥੀਸ ਕੰਟਰੀਜ਼ ਟੂ ਰੀਕਲੇਮ, ਰੀਪਲੈਨਿਸ਼ देयर ਹੈਰੀਟੇਜ। तो इस तरीके ਦੇ ਕਲਚਰਲ ਸੋਸ਼ਲ ਕੋਆਪਰੇਸ਼ਨ ਬਹੁਤ ਹਾਈ ਹੈ। ਪੀਪਲ ਐਕਸਚੇਂਜ ਪ੍ਰੋਗਰਾਮ, ਸਟੂਡੈਂਟ ਐਕਸਚੇਂਜ ਪ੍ਰੋਗਰਾਮਸ ਵੀ ਚੱਲਦੇ ਰਹਿੰਦੇ ਆ। ਤੁਸੀਂ ਦੇਖੋ ਉੱਥੋਂ ਬਹੁਤ ਸਾਰੇ ਬੱਚੇ ਸਾਡੀ ਯੂਨੀਵਰਸਿਟੀ 'ਚ ਪੜ੍ਹਨ ਆਉਂਦੇ ਆ, ਸਾਡੇ ਬਹੁਤ ਸਾਰੇ ਬੱਚੇ ਉੱਥੇ ਜਾ ਕੇ ਪੜ੍ਹਦੇ ਨੇ, ਠੀਕ ਹੈ। ਐਕਸਚੇਂਜ ਆਫ ਪਾਰਲੀਮੈਂਟੇਰੀਅਨਸ ਵੀ ਹੋ ਰਿਹਾ ਹੈ ਤਾਂ ਕਿ ਪਾਰਲੀਮੈਂਟ ਦੀ ਡਿਫਰੈਂਸਿਸ ਜਾਂ ਯੂਨੀਕਨੈਸਿਸ ਵੀ ਅਸੀਂ ਇੱਕ ਦੂਸਰੇ ਤੋਂ ਲਰਨ ਕਰ ਸਕੀਏ।
तो इस तरीके नाल सोशो कल्चरल कोऑपरेशन भी बहुत ज़्यादा हाई है, राइट? उस तो बाद नेक्स्ट इंपॉर्टेंट पॉइंट 6th पॉइंट इंपॉर्टेंट फंड्स भी ਅਸੀਂ ਐਸਟੈਬਲਿਸ਼ ਕਰ ਰੱਖੇ ਆ ਦੇਖੋ ਅਗਰ ਕੋਈ ਵੀ ਤਰੀਕੇ ਦੀ ਕੋਆਪਰੇਸ਼ਨ ਚਾਹੀਦੀ ਹੈ ਮਤਲਬ ਤੁਹਾਨੂੰ ਕੁਝ ਪ੍ਰੋਗਰਾਮਸ ਵਗੈਰਾ ਰਨ ਕਰਨੇ ਪੈਣਗੇ ਉਹਨਾਂ ਪ੍ਰੋਗਰਾਮਸ ਲਈ ਤੁਹਾਨੂੰ ਚਾਹੀਦਾ ਹੁੰਦਾ ਹੈ ਪੈਸਾ ਅਗਰ ਪੈਸਾ ਨਹੀਂ ਹੋਏਗਾ ਤਾਂ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਇਸੇ ਲਈ ਤਿੰਨੋਂ ਕੰਟਰੀਜ਼ ਨੇ ਡੈਡੀਕੇਟਿਡ ਤਿੰਨੋਂ ਕੰਟਰੀਜ਼ ਕਹਿ ਰਹੀਆਂ ਦੋਨੋਂ ਸਾਈਡਸ ਨੇ ਡੈਡੀਕੇਟਿਡ ਫੰਡਸ ਵੀ ਐਸਟੈਬਲਿਸ਼ ਕੀਤੇ ਨੇ ਫॉर एग्जांपल ਆਸੀਆਨ ਇੰਡੀਆ ਕੋਆਪਰੇਸ਼ਨ ਫੰਡ ਅਗਰ ਦੋਨੋਂ ਇਕੱਠੇ ਮਿਲ ਕੇ ਕੋਈ ਵੀ ਕੰਮ ਕਰਨਾ ਚਾਹੁੰਦੇ ਹੈ ਤਾਂ ਇੱਥੋਂ ਪੈਸਾ ਆਏਗਾ ਇੰਡੀਆ ਆਸੀਆਨ ਸਾਇੰਸ ਐਂਡ ਟੈਕ ਡਿਵੈਲਪਮੈਂਟ ਫੰਡ ਡੈਡੀਕੇਟਿਡਲੀ ਸਾਇੰਸ ਟੈਕਨੋਲੋਜੀ ਦੀ ਕੋਆਪਰੇਸ਼ਨ ਲਈ ਐਂਡ ਇੰਡੀਆ ਆਸੀਆਨ ਗ੍ਰੀਨ ਫੰਡ ਡੈਡੀਕੇਟਿਡਲੀ ਕਲਾਈਮੇਟ ਚੇਂਜ ਨੂੰ ਪ੍ਰੀਜ਼ਰਵ ਕਰਨ ਲਈ ਰੋਕਣ ਲਈ that is the green fund has been created so that is how also they are cooperating now next sector of their cooperation is maritime domain delhi declaration ਦੇ through ਇਹਨਾਂ ਨੇ decide ਕੀਤਾ ਕਿ sea ਨਾਲ related ਜਿਹੜੇ issues ਨੇ ਉਹਨਾਂ ਤੇ ਇਕੱਠੇ ਮਿਲ ਕੇ they will cooperate ਚਾਹੇ security issues ਹੋਣ ਚਾਹੇ climate change ਦੇ issues ਹੋਣ there they are going to collaborate right finally indo pacific ਜਿਹੜਾ ਕਿ ਬਹੁਤ important region ਹੈ ਜਿੱਥੇ ਚਾਈਨਾ ਦੀ aggressiveness ਵੀ ਬਹੁਤ ਵੱਧ ਰਹੀ ਹੈ ਉੱਥੇ ਦੋਨੋਂ ਸਾਈਡਸ ਨੇ ਕੋਆਪਰੇਟ ਕਰਨ ਦਾ ਫੈਸਲਾ ਕੀਤਾ ਹੈ that ਇਹ ਜਿਹੜਾ ਏਰੀਆ ਹੈ it should be secure and open for all to use right so these are the broad areas of cooperation broad initiatives that india and asean have taken to strengthen their ties ਠੀਕ ਹੈ ਜੀ now why is ASEAN in any sense significant for us ਅਸੀਂ ਇੰਨਾ significance ਕਿਉਂ ਇੰਡੀਆ ਇੰਨਾ ਕਿਉਂ ਕੁਝ ਕਰ ਰਿਹਾ ਹੈ ASEAN ਦੇ ਲਈ ਤਾਂ ਉਹਦੇ ਲਈ ਕਾਫੀ ਸਾਰੇ ਰੀਜ਼ਨ ਹੈ ਫਰਸਟ ਹੈ ਐਕਟ ਈਸਟ ਪਾਲਿਸੀ ਅਸੀਂ ਚਾਹੁੰਦੇ ਹਾਂ ਕਿ ਸਾਊਥ ਈਸਟ ਏਸ਼ੀਅਨ ਨੇਸ਼ਨਸ ਨਾਲ ਸਾਡਾ ਟ੍ਰੇਡ ਵਧੇ ਸਾਡਾ ਕਨੈਕਸ਼ਨ ਵਧੇ ਉਹਨਾਂ ਦੀ ਡਿਪੈਂਡੈਂਸੀ ਔਨ ਚਾਈਨਾ ਘਟੇ ਇਸੇ ਲਈ ਐਕਟ ਈਸਟ ਪਾਲਿਸੀ ਅਸੀਂ ਲਾਂਚ ਕੀਤੀ ਹੈ ਸੋ ਐਕਟ ਈਸਟ ਪਾਲਿਸੀ ਦੀ ਸਕਸੈਸ ਲਈ ਆਸੀਆਨ ਨਾਲ ਕਨੈਕਟ ਕਰਨਾ ਬਹੁਤ ਜ਼ਰੂਰੀ ਹੈ ਰਾਈਟ ਸੈਕਿੰਡ ਅਸੀਂ ਟ੍ਰੇਡ ਵਧਾ ਸਕਦੇ ਹਾਂ ਗੁੱਡਸ ਦਾ ਹੋਵੇ ਸਰਵਿਸਿਜ਼ ਦਾ ਹੋਵੇ ਅਸੀਂ ਟੀਚਰਸ ਭੇਜ ਸਕਦੇ ਹਾਂ ਆਪਦੇ ਬੈਂਕਰਸ ਭੇਜ ਸਕਦੇ ਹਾਂ ਸੋ ਅਸੀਂ ਆਪਦੇ ਪ੍ਰੋਡਕਟਸ ਵੀ ਵੇਚ ਸਕਦੇ ਹਾਂ ਤੇ ਸਾਡੇ ਯੂਥ ਨੂੰ ਗੇਨਫੁਲੀ ਇੰਪਲੋਏ ਵੀ ਕਰ ਸਕਦੇ ਹਾਂ that is why also ASEAN is important for us ਉਸ ਤੋਂ ਬਾਅਦ ਤੁਸੀਂ ਦੇਖੋ this area is really connected directly to our north east ਜਿਹੜਾ ਕਿ ਇੰਸਰਜੈਂਸੀ ਨਾਲ ਇਫੈਕਟਡ ਰਹਿੰਦਾ ਹੈ and also ਜਿਹੜਾ ਕਿ ਏਰੀਆ ਅੰਡਰ ਡਿਵੈਲਪਡ ਹੈ so if we start connecting making roads making industries that lead towards southeast asia ਠੀਕ ਹੈ southeast asia ਨੂੰ ਦੇਖੋ ਤੁਸੀਂ ਕੁਝ ਵੀ ਵੇਚਣਾ ਹੈ that will pass majorly from northeastern states ਠੀਕ ਹੈ ਅਸਮ ਜਾਂ ਜਿਹੜੀ ਵੀ ਸਟੇਟਸ ਹੈ ਉਹਨਾਂ ਦੇ ਥਰੂ ਹੋ ਕੇ ਜਾਂ ਉੱਥੇ ਬਣ ਕੇ ਪ੍ਰੋਡਕਟਸ ਸਾਊਥ ਈਸਟ ਤੱਕ ਜਾਣਗੇ ਸੋ ਇਸੇ ਲਈ ਅਗਰ ਆਪਾਂ ਈਸਟ ਏਸ਼ੀਆ ਨਾਲ ਸਾਊਥ ਈਸਟ ਏਸ਼ੀਆ ਨਾਲ ਕਨੈਕਟਡ ਰਹਿੰਦੇ ਹਾਂ then ਨਾਰਥ ਈਸਟ ਦੀ ਡਿਵੈਲਪਮੈਂਟ ਤੇ ਇਨਸਰਜੈਂਸੀ ਨੂੰ ਕਾਊਂਟਰ ਕਰਨ 'ਚ ਵੀ ਬਹੁਤ ਹੈਲਪ ਮਿਲੇਗੀ ਰਾਈਟ ਦੈਨ ਨੈਕਸਟ ਚਾਈਨਾ ਦੇ ਇਨਫਲੂਐਂਸ ਨੂੰ ਇਸ ਏਰੀਆ ਵਿੱਚ ਕਾਊਂਟਰ ਕਰਨ ਲਈ ਸਾਡੀ ਪ੍ਰੈਜ਼ੈਂਸ ਬਹੁਤ ਜ਼ਰੂਰੀ ਹੈ that is why ASEAN is important and finally ਪੂਰੇ ਇੰਡੋ ਪੈਸੀਫਿਕ ਨੂੰ ਫ੍ਰੀ ਤੇ ਓਪਨ ਰੱਖਣ ਲਈ for everyone India needs to engage with these Indo Pacific small countries they are the fate of Indo Pacific ਤਾਂ ਇਹਨਾਂ ਨਾਲ ਕੋਲੈਬੋਰੇਟ ਕਰਨਾ ਬਹੁਤ ਜ਼ਰੂਰੀ ਹੈ ਇਹਨਾਂ ਦੀ ਡਿਵੈਲਪਮੈਂਟ ਇਨਸ਼ੋਰ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਕੋਈ ਸਟਰੋਂਗ ਕੰਟਰੀ ਇਹਨਾਂ ਨੂੰ ਦਬਾ ਕੇ ਇੰਡੋ ਪੈਸੀਫਿਕ ਤੇ ਕੰਟਰੋਲ ਨਾ ਐਸਟੈਬਲਿਸ਼ ਕਰ ਦੇਵੇ right so for all these reasons ASEAN is very very significant for us you can read the details in the PDF right PDF will be posted in the Telegram group don't worry about that okay ji you can message me also sometimes it is not posted you can message me not an issue about that right so that is what is it ਸੋ ਹੁਣ ਲੇਟੈਸਟ ਸਮਿਟ 2023 ਵੀ ਤੁਸੀਂ ਇਹ ਫਿਗਰ ਦੇਖ ਰਹੇ ਹੋ ਇਹ ਇਮੇਜ ਦੇਖ ਰਹੇ ਹੋ ਇਸ 'ਚ ਇੰਡੀਆ ਕਿਆ ਕਹਿ ਰਿਹਾ ਹੈ ਕਿ ਸਾਊਥ ਚਾਈਨਾ ਸੀ ਵਿੱਚ ਕੋਡ ਆਫ ਕੰਡਕਟ ਹੋਣਾ ਚਾਹੀਦਾ ਹੈ ਕੋਡ ਆਫ ਕੰਡਕਟ ਕੌਣ ਸਾਰੀ ਕੰਟਰੀਜ਼ ਕਿਵੇਂ ਬਿਹੇਵ ਕਰਨਗੀਆਂ that should be written properly ਇਹ ਦੇਖੋ ਚਾਈਨਾ ਨੂੰ ਟਾਰਗੇਟ ਕਰਕੇ ਕਿਹਾ ਗਿਆ ਹੈ ਬਿਕੋਜ਼ ਚਾਈਨਾ 9 ਡੈਸ਼ ਲਾਈਨ ਦੇ ਥਰੂ ਕਾਫੀ ਸਾਰਾ ਏਰੀਆ ਜਿਹੜਾ ਹੈ ਸਾਊਥ ਚਾਈਨਾ ਸੀ ਦਾ ਆਪਦੇ ਅੰਡਰ ਕਲੇਮ ਕਰਦਾ ਹੈ तो इंडिया हेल्प कर रहा आसियान कंट्रीज दी बाय रेजिंग दी वॉइस की सारी कंट्रीज ਨੂੰ ਬਿਹੇਵ ਕਰਨਾ ਚਾਹੀਦਾ ਹੈ ਇਸ ਏਰੀਆ 'ਚ ਬੇਸਿਕਲੀ ਰਾਈਟ ਆਲਦੋ ਆਸੀਆਨ ਕੰਟਰੀਜ਼ ਨੇ ਇਹਦੇ ਨਾਲ ਇੰਨਾ ਅਗਰੀ ਨਹੀਂ ਕਰਦੀਆਂ ਕਿਉਂਕਿ ਉਹ ਡਰਦੀਆਂ ਵੀ ਹੈ ਚਾਈਨਾ ਤੋਂ ਬਟ ਇੰਡੀਆ ਤਾਂ ਵੋਇਸਫੋਰਸਲੀ ਇਹ ਕਹਿ ਸਕਦਾ ਹੈ that is why Indian Prime Minister said this on the ASEAN summit ਠੀਕ ਹੈ ਜੀ
ਨਾਓ ਨੈਕਸਟ AI ਬੇਸਡ ਸਰਵੇਲੈਂਸ ਮੈਕੈਨਿਜ਼ਮ ਟੂ ਐਲੀਮੀਨੇਟ ਐਲੀਫੈਂਟ ਡੈਥਸ। ਜਿਵੇਂ ਮੈਂ ਤੁਹਾਨੂੰ ਕਿਹਾ ਮੈਨ ਐਨੀਮਲ ਕਨਫਲਿਕਟ ਜਿਹੜਾ ਜ਼ਿਆਦਾ ਵੱਧਦਾ ਜਾ ਰਿਹਾ ਹੈ, ਇਹਦੇ ਲਈ ਆਪਾਂ ਡਿਫਰੈਂਟ ਟੈਕਨੋਲੋਜੀਜ਼ ਇਵੋਲਵ ਕਰ ਰਹੇ ਹਾਂ। ਇਕੋ ਬ੍ਰਿਜਸ ਬਣ ਰਹੇ ਨੇ। ਇਕੋ ਬ੍ਰਿਜਸ ਮਤਲਬ ਪਹਿਲਾਂ ਸਮਝ ਲਓ ਇਸ ਤਰੀਕੇ ਨਾਲ ਐਲੀਫੈਂਟਸ ਮੂਵ ਕਰਦੇ ਸੀ, ਹੁਣ ਇੱਥੇ ਤੁਸੀਂ ਇੱਕ ਸੜਕ ਬਣਾਤੀ। ਦੈਟ ਇਜ਼ ਵਾਈ ਮੈਨ ਐਲੀਫੈਂਟ ਕਨਫਲਿਕਟ ਸ਼ੁਰੂ ਹੋ ਗਿਆ ਇੱਥੇ। ਸੋ ਇਹ ਕਨਫਲਿਕਟ ਨੂੰ ਰਿਜ਼ੋਲਵ ਕਰਨ ਲਈ ਇਕੋ ਬ੍ਰਿਜ ਬਣਾ ਦਿੱਤਾ ਗਿਆ। ਮਤਲਬ ਇਹ ਜਿਹੜਾ ਫੋਰੈਸਟ ਚੱਲ ਰਿਹਾ ਸੀ, ਰਾਈਟ, ਇਹ ਫੋਰੈਸਟ ਹੀ ਸੀ। ਇਹ ਫੋਰੈਸਟ ਕੱਟ ਕੇ ਤੁਸੀਂ ਰੋਡ ਬਣਾਈ। ਸੋ ਨਾਓ ਵਾਟ ਹੈਜ਼ ਹੈਪਨਡ, ਇਹ ਫੋਰੈਸਟ ਨੂੰ ਅਸੀਂ ਬ੍ਰਿਜ ਦੀ ਤਰ੍ਹਾਂ ਇਲੋਂਗੇਟ ਕਰਤਾ। ਸੋ ਵਨ ਏਰੀਆ ਆਫ ਫੋਰੈਸਟ ਗੈਟਿੰਗ ਲਿੰਕਡ ਟੂ ਅਨਦਰ ਸਾਈਡ ਆਫ ਦੀ ਫੋਰੈਸਟ ਥਰੂ ਦਿਸ ਬ੍ਰਿਜ। ਸੋ ਐਲੀਫੈਂਟ ਜਿਹੜੇ ਆ ਹੁਣ ਇੱਥੇ ਨਹੀਂ ਆਣਗੇ, ਰਾਦਰ ਦੇ ਵਿਲ ਮੂਵ ਲਾਈਕ ਦਿਸ ਟੂਵਰਡਸ ਦੀ ਅਦਰ ਸਾਈਡ ਆਫ ਦੀ ਬ੍ਰਿਜ। ਸੋ ਇਸ ਤਰੀਕੇ ਨਾਲ ਮਕੈਨਿਜ਼ਮਸ ਬਣਾਏ ਜਾ ਰਹੇ ਨੇ। ਇੱਥੇ ਵੀ ਇੱਕ ਨਵਾਂ ਮਕੈਨਿਜ਼ਮ ਸਾਹਮਣੇ ਆਇਆ ਹੈ, ਜਿਹੜਾ ਕਿ ਐਕਚੁਅਲੀ ਕਮਿਊਨੀਕੇਸ਼ਨ ਐਸਟੈਬਲਿਸ਼ ਕਰਨ ਲਈ ਰੇਲਵੇਜ਼ ਨੇ ਬਣਾਇਆ ਸੀ। ਦੇਖੋ ਰੇਲਵੇਜ਼ ਨੇ ਆਪਣੇ ਟਰੈਕਸ ਦੇ ਅਰਾਊਂਡ ਆਪਟੀਕਲ ਫਾਈਬਰ ਕੇਬਲਸ ਜਿਹੜੀਆਂ ਇਹ ਲੇ ਕੀਤੀਆਂ ਸੀ, ਤਾਂ ਕਿ ਕਮਿਊਨੀਕੇਸ਼ਨ ਈਜ਼ੀ ਹੋ ਸਕੇ। ਨਾਓ ਇਹ ਆਬਜ਼ਰਵ ਕੀਤਾ ਗਿਆ ਕਿ ਇਹ ਆਪਟੀਕਲ ਫਾਈਬਰਸ ਜਿਹੜੀਆਂ ਹੈ, ਇਹ ਐਲੀਫੈਂਟਸ ਦੇ ਦੁਆਰਾ ਕ੍ਰੀਏਟਡ ਵਾਈਬ੍ਰੇਸ਼ਨਸ ਨੂੰ ਵੀ ਸੈਂਸ ਕਰ ਪਾ ਰਹੀਆਂ ਹੈ। ਐਂਡ ਦੇ ਵਰ ਏਬਲ ਟੂ ਸੈਂਡ ਸਿਗਨਲਸ ਆਊਟ ਟੂ ਦੀ ਰੇਲਵੇਜ਼ ਅਬਾਊਟ ਦੀ ਇਨਕਮਿੰਗ ਐਲੀਫੈਂਟਸ। ਸੋ ਨਾਓ ਇਹ ਕੀ ਕੀਤਾ, ਫੋਰੈਸਟ ਤੇ ਰੇਲਵੇ ਡਿਪਾਰਟਮੈਂਟ ਨੇ ਮਿਲ ਕੇ ਇਹ OFC ਜਿਹੜੀ ਕਮਿਊਨੀਕੇਸ਼ਨ ਲਈ ਆਪਾਂ ਲਗਾਈਆਂ ਸੀ, ਉਹਨਾਂ ਨੂੰ ਯੂਜ਼ ਕਰਕੇ ਵਾਈਬ੍ਰੇਸ਼ਨਸ ਜੱਜ ਕਰਕੇ ਡਿਸਾਈਡ ਕੀਤਾ ਕਿ ਕਦੋਂ ਐਲੀਫੈਂਟਸ ਜਿਹੜੇ ਆ ਟਰੈਕ ਦੇ, ਰੇਲਵੇ ਟਰੈਕ ਦੇ ਨੇੜੇ ਆ ਰਹੇ ਹੈ। ਉਸ ਦੇ ਅਕੋਰਡਿੰਗ ਰੇਲਵੇ ਮੂਵਮੈਂਟ ਨੂੰ ਬੰਦ ਕੀਤਾ ਜਾ ਸਕਦਾ ਹੈ, ਤਾਂ ਕਿ ਐਲੀਫੈਂਟ ਸੇਫਲੀ ਇੱਥੋਂ ਨਿਕਲ ਜਾਣ ਐਂਡ ਦੈਨ ਰੇਲਵੇ ਕੈਨ ਪਾਸ ਥਰੂ ਇਟ। ਠੀਕ ਹੈ। ਸੋ ਇਸ ਪ੍ਰੋਜੈਕਟ ਨੂੰ ਅਵਾਰਡ ਵੀ ਮਿਲਿਆ ਹੈ, ਸਾਊਥ ਏਸ਼ੀਆ ਅਵਾਰਡ ਫॉर ਮਾਈਕਰੋ ਪ੍ਰੋਜੈਕਟ ਆਫ ਦੀ ਈਅਰ। ਇਹ ਕਾਫੀ ਅੱਛਾ ਪ੍ਰੋਜੈਕਟ ਹੈ, ਐਲੀਫੈਂਟਸ ਦੀ ਲਾਈਫ ਨੂੰ ਸੇਵ ਕਰਦਾ ਹੈ, ਹਿਊਮਨ ਦੀ ਲਾਈਫ ਨੂੰ ਸੇਵ ਕਰ ਰਿਹਾ ਹੈ। ਰਾਈਟ, ਯੂ ਕੈਨ ਯੂਜ਼ ਇਟ ਐਜ਼ ਐਨ ਆਂਸਰ ਇਨ ਯੂਰ ਕੁਐਸਚਨਸ। ਪੀਪੀਐਸਸੀ ਨੇ ਆਲਰੇਡੀ ਇਹ ਕੁਐਸਚਨ ਪੁੱਛ ਰੱਖਿਆ ਹੈ ਕਿ ਕਿਵੇਂ ਆਪਾਂ ਐਨੀਮਲ ਵਾਈਲਡ ਕਨਫਲਿਕਟ ਨੂੰ ਘਟਾ ਸਕਦੇ ਹਾਂ। ਸੋ ਯੂ ਕੈਨ ਯੂਜ਼ ਸਚ ਐਗਜ਼ਾਮਪਲਸ ਦੇयर। ਰਾਈਟ, ਨੈਕਸਟ ਆ ਗਿਆ ਪੋਲ ਪੈਨਲ, ਵਨ ਨੇਸ਼ਨ ਵਨ ਇਲੈਕਸ਼ਨਸ। ਦੇਖੋ ਇਹ ਬਹੁਤ ਐਕਸਟੈਂਸਿਵ ਟੌਪਿਕ ਹੈ। ਕਰੰਟਲੀ ਮੈਂ ਤੁਹਾਨੂੰ ਬ੍ਰੌਡਲੀ ਸਮਝਾ ਦਿੰਨੀ ਹਾਂ, ਯੂ ਕੈਨ ਰੀਡ ਅਬਾਊਟ ਆਲ ਆਫ ਦਿਸ ਇਨ ਦ PDF। ਸੋ ਦੇਖੋ ਕਰੰਟਲੀ ਕੀ ਹੁੰਦਾ ਹੈ, ਤੁਹਾਡੇ ਕੋਲ ਇੱਕ ਪਾਰਲੀਮੈਂਟ ਹੈ ਸੈਂਟਰਲ ਲੈਵਲ ਤੇ, then you have various state legislatures, various state assemblies are there, ਜਿਨ੍ਹਾਂ ਨੂੰ state assembly ਕਹਿੰਦੇ ਹੈ। ਰਾਈਟ, ਇਹਦੇ ਮੈਂਬਰਸ ਨੂੰ ਆਪਾਂ MPs ਕਹਿੰਦੇ ਹਾਂ, ਇਹਦੇ ਮੈਂਬਰਸ ਨੂੰ ਆਪਾਂ MLAs, ਮੈਂਬਰਸ ਆਫ ਲੈਜਿਸਲੇਟਿਵ ਅਸੈਂਬਲੀ ਕਹਿੰਦੇ ਹਾਂ। ਠੀਕ ਹੈ। ਹੁਣ ਦੇਖੋ ਇਹਨਾਂ ਦੇ ਅਲੱਗ-ਅਲੱਗ ਇਲੈਕਸ਼ਨਸ ਹੁੰਦੇ ਹੈ। ਜਦੋਂ ਵੀ ਦੇਖੋ ਆਪਣੀ ਪੰਜਾਬ 'ਚ ਜਿਵੇਂ ਜਦੋਂ ਟੈਨਿਓਰ 5 ਸਾਲ ਦਾ ਕੰਪਲੀਟ ਹੋ ਜਾਏਗਾ, ਤਾਂ ਉਦੋਂ ਬਾਅਦ ਇਲੈਕਸ਼ਨ ਹੋਣਗੇ। ਐਵੇਂ ਹੀ ਲੋਕ ਸਭਾ, ਰਾਜ ਸਭਾ ਜਾਂ ਲੋਕ ਸਭਾ ਦੇ ਮੇਨਲੀ ਜਦੋਂ 5 ਸਾਲ ਪੂਰੇ ਹੋ ਜਾਣਗੇ, ਉਹਨਾਂ ਦੇ ਇਲੈਕਸ਼ਨ ਹੁੰਦੇ ਆ। ਤਾਂ ਹੁਣ ਅੱਡ-ਅੱਡ ਇਲੈਕਸ਼ਨ ਚੱਲਦੇ ਰਹਿੰਦੇ ਆ, ਕਦੀ ਪੰਜਾਬ 'ਚ ਇਲੈਕਸ਼ਨ ਹੋ ਰਿਹਾ, ਕਦੀ ਸੈਂਟਰਲ ਲੈਵਲ ਤੇ, ਕਦੀ ਮਹਾਰਾਸ਼ਟਰ 'ਚ, ਕਦੀ ਤਮਿਲਨਾਡੂ 'ਚ। ਤਾਂ ਹੁਣ ਕੀ ਹੈ, ਹੈਪਜ਼ਾਰਡ ਸਿਸਟਮ ਹੈ, ਕਦੋਂ ਵੀ ਕਿਤੇ ਵੀ ਇਲੈਕਸ਼ਨਸ ਹੋ ਰਹੇ ਨੇ, ਜਿਹਦੇ ਕਰਕੇ ਇਲੈਕਸ਼ਨੇਰਿੰਗ ਵਿੱਚ ਹੀ ਇੰਡੀਆ ਸਾਰਾ ਟਾਈਮ ਲੱਗਿਆ ਰਹਿੰਦਾ ਹੈ। ਸਾਡੇ ਸਾਰੀ ਪੋਲੀਟੀਕਲ ਪਾਰਟੀਜ਼ ਇਲੈਕਸ਼ਨ ਦੀ ਪ੍ਰੈਪਰੇਸ਼ਨ, ਇਲੈਕਸ਼ਨ ਜਿੱਤਣ 'ਚ ਹੀ ਹਮੇਸ਼ਾ ਲੱਗੇ ਰਹਿੰਦੇ ਹੈ। तो इसलिए आइडिया इमर्ज होके आया है कि वन नेशन वन इलेक्शन ਦਾ ਸਿਸਟਮ ਹੋਵੇ, दैट इज ਸਾਰੇ ਇਲੈਕਸ਼ਨਸ ਜਿਹੜੇ ਹੈ MPs ਪਲਸ ਆਲ ਸਟੇਟਸ ਦੇ ਜਾਂ ਮੈਜੋਰਿਟੀ ਸਟੇਟਸ ਦੇ ਇਲੈਕਸ਼ਨਸ ਇੱਕ ਵਾਰ 'ਚ ਹੀ ਕੰਡਕਟ ਹੋਣ, ਤਾਂ ਕਿ ਇੰਡੀਆ ਜਿਹੜਾ ਹੈ 5 ਸਾਲ 'ਚ ਇੱਕ ਵਾਰ ਇਲੈਕਸ਼ਨੇਰਿੰਗ ਮੋਡ 'ਚ ਆਵੇ ਐਂਡ ਦੈਨ ਇਟ ਇਜ਼ ਏਬਲ ਟੂ ਫੋਕਸ ਔਨ ਡਿਵੈਲਪਮੈਂਟ ਰਾਦਰ ਔਨ ਵਿਨਿੰਗ ਇਲੈਕਸ਼ਨਸ। ਠੀਕ ਹੈ, ਤੁਹਾਨੂੰ ਪਤਾ ਹੀ ਹੈ ਜਦੋਂ ਇਲੈਕਸ਼ਨਸ ਆ ਜਾਂਦੇ ਆ ਤਾਂ ਫਿਰ ਇਹ ਤਰ੍ਹਾਂ ਦੇ ਪ੍ਰੋਮਿਸਿਸ ਕਰਨ ਬਹਿ ਜਾਂਦੇ ਹੈ। ਇਕੋਨਮੀ ਦੀ ਧਿਆਨ ਕੋਈ ਨਹੀਂ ਰੱਖਦਾ, ਬਟ ਇਲੈਕਸ਼ਨ ਜਿੱਤਣ ਤੇ ਧਿਆਨ ਸਭ ਦਾ ਹੁੰਦਾ ਹੈ। ਠੀਕ ਹੈ। ਸੋ ਬਹੁਤ ਪੋਲਿਟਿਸਾਈਜ਼ੇਸ਼ਨ ਬਹੁਤ ਹੁੰਦੀ ਹੈ ਵੋਟਿੰਗ ਜਿੱਤਣ ਲਈ, ਤਾਂ ਆਪਾਂ ਐਕਚੁਅਲ ਡਿਵੈਲਪਮੈਂਟ ਪਾਥ ਜੋ ਚਾਹੀਦਾ ਹੈ ਇੰਡੀਆ ਉੱਤੇ ਫੋਕਸ ਨਹੀਂ ਕਰ ਪਾਉਂਦਾ। ਰਾਈਟ, ਸੋ ਇਸੇ ਲਈ ਵਨ ਨੇਸ਼ਨ ਵਨ ਇਲੈਕਸ਼ਨ ਦਾ ਆਈਡੀਆ ਇਮਰਜ ਹੋਇਆ ਹੈ ਟੂ ਸਿੰਕ ਦੀ ਇਲੈਕਸ਼ਨਸ ਆਫ ਲੋਕ ਸਭਾ ਐਂਡ ਸਟੇਟ ਅਸੈਂਬਲੀਜ਼। ਠੀਕ ਹੈ। ਦੇਖੋ 1967 ਤੋਂ ਪਹਿਲਾਂ ਇਹ ਆਈ ਹੁੰਦਾ ਸੀ, ਇਕੱਠੇ ਹੀ ਇਲੈਕਸ਼ਨਸ ਹੁੰਦੇ ਸੀ, ਬਟ ਤੁਹਾਨੂੰ ਪਤਾ ਹੈ ਕਿ 1967 ਚ ਬਹੁਤ ਸਾਰੀ ਸਟੇਟ ਗਵਰਨਮੈਂਟਸ ਨੂੰ ਡਿਸੋਲਵ ਕਰ ਦਿੱਤਾ ਗਿਆ ਸੀ ਬਾਈ ਦੀ ਸੈਂਟਰਲ ਗਵਰਨਮੈਂਟ, ਪ੍ਰੈਜ਼ੀਡੈਂਟ ਰੂਲ ਵਗੈਰਾ ਲਾ ਕੇ, ਐਮਰਜੈਂਸੀਜ਼ ਲਗਾ ਕੇ ਦੇ ਵਰ ਡਿਸੋਲਵਡ। ਦੈਟ ਇਜ਼ ਵਾਈ ਇਹ ਅਲੱਗ-ਅਲੱਗ ਇਲੈਕਸ਼ਨਸ ਹੋਣ ਦਾ ਜਿਹੜਾ ਕ੍ਰਾਈਟੇਰੀਆ ਹੈ ਉਹ ਸ਼ੁਰੂ ਹੋ ਗਿਆ ਹੈ। ਰਾਈਟ, ਸੋ ਹੁਣ ਕੁਝ ਹੀ ਅਜਿਹੀਆਂ ਸਟੇਟਸ ਹੈ ਜਿੱਥੇ ਲੋਕ ਸਭਾ ਦੇ ਨਾਲ ਹੀ ਇਲੈਕਸ਼ਨਸ ਹੁੰਦੇ ਹੈ। ਥੀਸ ਆਰ ਦੋ ਸਟੇਟਸ, ਸਿੱਕਿਮ, ਉੜੀਸਾ, ਅਰੁਣਾਚਲ ਪ੍ਰਦੇਸ਼ ਐਂਡ ਆਂਧਰਾ ਪ੍ਰਦੇਸ਼। ਬਾਕੀ ਸਾਰੀ ਕੰਟਰੀ ਵਿੱਚ ਕਦੋਂ ਵੀ ਕਿਸੇ ਵੀ ਟਾਈਮ ਇਲੈਕਸ਼ਨਸ ਹੁੰਦੇ ਰਹਿੰਦੇ ਨੇ। ਰਾਈਟ, ਇਸੇ ਲਈ ਆਪਾਂ ਸਾਈਮਲਟੇਨੀਅਸ ਇਲੈਕਸ਼ਨਸ ਬਣਾਉਣਾ ਚਾਹੁੰਦੇ ਹਾਂ, ਕਿਉਂਕਿ ਇਹਦੇ ਕਾਫੀ ਫਾਇਦੇ ਨੇ। ਦੇਖੋ ਇਹੀ ਕਿ ਇੱਕ ਤਾਂ
ਪਬਲਿਕ ਮਨੀ ਸੇਵ ਹੋਏਗੀ, ਵਾਰੀ-ਵਾਰੀ ਜਿਹੜੇ ਇਲੈਕਸ਼ਨਸ ਹੁੰਦੇ ਰਹਿੰਦੇ ਹੈ, ਉਹਨਾਂ ਤੋਂ ਸੇਵ ਕਰਾਂਗੇ ਆਪਾਂ। ਫੋਕਸ ਜਿਹੜਾ ਹੈ ਗਵਰਨਮੈਂਟ ਪਾਲਿਸੀਜ਼ ਤੇ ਡਿਵੈਲਪਮੈਂਟ ਤੇ ਹੋਏਗਾ, ਇਲੈਕਸ਼ਨਰੀਅਰਿੰਗ ਤੇ ਨਹੀਂ ਹੋਏਗਾ। ਐਡਮਿਨਿਸਟ੍ਰੇਟਿਵ ਸੈਟਅਪ ਤੇ ਜਿਨ੍ਹਾਂ ਨੂੰ ਦੇਖੋ ਫੋਰਸਿਸ ਨੂੰ, ਆਰਮੀ ਨੂੰ ਜਾਂ ਇਵਨ ਸੀਏਪੀਐਫ ਨੂੰ ਖੜੇ ਰਹਿਣਾ ਪੈਂਦਾ ਹੈ ਵਾਈਲ ਇਲੈਕਸ਼ਨਸ ਆਰ ਹੈਪਨਿੰਗ, ਸੋ ਉਹਨਾਂ ਤੇ ਵੀ ਬਰਡਨ ਘਟੇਗਾ, ਰਾਈਟ। ਬਟ ਇਹਦੇ ਕਾਫੀ ਸਾਰੇ ਚੈਲੰਜਸ ਹੈ। ਅਗਰ ਇੰਨਾ ਈਜ਼ੀ ਹੁੰਦਾ ਤਾਂ ਅੱਜ ਤੱਕ ਆਪਾਂ ਲਾਂਚ ਹੀ ਕਰ ਦਿੰਦੇ, ਹਜੇ ਤੱਕ ਆਪਾਂ ਕਿਉਂ ਨਹੀਂ ਲਾਂਚ ਕੀਤਾ, ਡਿਸਕਸ਼ਨ ਕਿਉਂ ਕਰ ਰਹੇ ਹਾਂ? ਕਿਉਂਕਿ ਦੇਖੋ ਸਭ ਤੋਂ ਪਹਿਲਾਂ ਫਿਜ਼ੀਬਿਲਿਟੀ ਇਸ਼ੂ ਹੈ। ਦੁਬਾਰਾ ਦੁਬਾਰਾ ਅਸੈਂਬਲੀਜ਼ ਡਿਸੋਲਵ ਹੁੰਦੀਆਂ ਹੀ ਰਹਿੰਦੀਆਂ ਹੈ, ਪ੍ਰੈਜ਼ੀਡੈਂਟ ਰੂਲ ਜਾਂ ਨੈਸ਼ਨਲ ਐਮਰਜੈਂਸੀ ਵਰਗੀਆਂ ਇਹੋ ਜਿਹੀਆਂ ਪ੍ਰੋਵੀਜ਼ਨਸ ਹੈ ਜਿਹਦੇ ਨਾਲ ਸੈਂਟਰ ਜਿਹੜਾ ਹੈ ਸਟੇਟ ਦੀ ਗਵਰਨਮੈਂਟ ਨੂੰ ਡਿਸੋਲਵ ਕਰ ਸਕਦਾ ਹੈ, ਜਾਂ ਜਿਵੇਂ ਦਿੱਲੀ 'ਚ ਕੀਤਾ ਸੀ ਆਪ ਗਵਰਨਮੈਂਟ ਨੇ ਖੁਦ ਹੀ ਡਿਸੋਲਵ ਕਰ ਲੈਂਦੇ ਹੈ। ਤਾਂ ਡੈਜ਼ੋਲਿਊਸ਼ਨ ਅਨਟਾਈਮਲੀ ਤਾਂ ਚੱਲਦੀ ਹੀ ਰਹੂਗੀ, ਤਾਂ ਉਹ ਤੋਂ ਬਾਅਦ ਤੁਸੀਂ ਕਿਆ ਕਰੋਗੇ ਫਿਰ? ਉਸ 'ਚ ਇਲੈਕਸ਼ਨਸ ਕਿਆ ਲਿਮਿਟਡ ਪੀਰੀਅਡ ਲਈ ਗਵਰਨਮੈਂਟ ਹੋਏਗੀ ਜਾਂ ਕਿਆ ਹੋਏਗਾ ਪ੍ਰੋਸੀਜਰ? ਦੈਟ ਹੈਜ਼ ਟੂ ਬੀ ਡਿਸਾਈਡਡ, ਠੀਕ ਹੈ ਜੀ। ਉਸ ਤੋਂ ਬਾਅਦ ਬਹੁਤ ਸਾਰੇ ਇਸ਼ੂਜ਼ ਹੈ, ਇੰਨੀ ਜਗ੍ਹਾਵਾਂ ਤੇ ਇਕੱਠੇ ਇਲੈਕਸ਼ਨਸ ਕਰਨਾ, ਇੰਨੀ ਫੋਰਸਿਸ ਨੂੰ ਅਰੇਂਜ ਕਰਨਾ, ਇੰਨਾ ਪੈਸਾ, ਮਤਲਬ ਈਸੀਆਈ ਨੇ ਵੀ ਕਿਹਾ ਹੈ ਕਿ ਬਹੁਤ ਜ਼ਿਆਦਾ ਕਾਸਟ ਏਰੀਆ ਲੱਗਣਗੀਆਂ। 900 ਕਰੋੜ ਦਾ ਖਰਚਾ ਪੂਰਾ 1 ਸਾਲ 'ਚ ਹੋਇਆ ਕਰੇਗਾ ਐਟਲੀਸਟ, ਕੱਲੀ ਈਵੀਐਮਸ ਤੇ 900 ਕਰੋੜ, 9000 ਕਰੋੜ ਦਾ, ਸੌਰੀ, 9000 ਕਰੋੜ ਤੋਂ ਜ਼ਿਆਦਾ ਦਾ ਖਰਚਾ ਲੱਗੇਗਾ ਟੂ ਕੰਡਕਟ ਇਲੈਕਸ਼ਨਸ, ਐਂਡ 15-15 ਸਾਲ ਬਾਅਦ ਇਹ ਮਸ਼ੀਨਸ ਜਿਹੜੀਆਂ ਰੀਸਾਈਕਲ ਕਰਨੀਆਂ ਪੈਣਗੀਆਂ, ਰਾਈਟ। ਇਹ ਸਿਰਫ ਮਸ਼ੀਨਸ ਦਾ ਖਰਚਾ ਹੈ, ਸਿਕਿਉਰਿਟੀ ਫੋਰਸਿਸ ਨੂੰ ਡਿਪਲੋਏ ਕਰਨ ਦਾ ਖਰਚਾ ਅਲੱਗ, ਰਾਈਟ। ਵੇਅਰ ਹਾਊਸਿੰਗ ਕੋਸਟ ਵੱਧ ਜਾਏਗੀ। ਹੁਣ ਤੁਸੀਂ ਸਮਝ ਲਓ ਤੁਹਾਡੇ ਕੋਲ ਲੈਟਸ ਸੇ ਜਸਟ ਹਾਈਪੋਥੈਟਿਕਲੀ 1 ਲੱਖ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਹੈ ਜਿਹੜੀਆਂ ਤੁਸੀਂ ਸਾਰੇ ਕਿਤੇ ਯੂਜ਼ ਕਰ ਲੈਂਦੇ ਹੋ, ਕਦੀ ਪੰਜਾਬ 'ਚ ਇਲੈਕਸ਼ਨ ਹੋ ਰਿਹਾ ਹੈ, ਕਦੀ ਇੱਥੇ ਕਦੀ ਉੱਥੇ, ਮੇਬੀ ਯੂ ਆਰ ਯੂਜ਼ਿੰਗ ਇਟ ਲਾਈਕ ਦੈਟ। ਬਟ ਨਾਓ ਜਦੋਂ ਤੁਸੀਂ ਸਾਰੀ ਦੀ ਸਾਰੀ ਕੰਟਰੀ ਵਿੱਚ ਇਕੱਠੇ ਇਲੈਕਸ਼ਨ ਕਰਨੇ ਆ ਤਾਂ ਐਟਲੀਸਟ ਤੁਹਾਨੂੰ 10 ਲੱਖ ਈਵੀਐਮਸ ਤਾਂ ਚਾਹੀਦੀਆਂ ਹੀ ਹੋਣਗੀਆਂ। ਇੰਨੀ ਵੱਡੀ ਪੋਪੂਲੇਸ਼ਨ ਨੂੰ, ਸਾਡੀ ਤਾਂ ਪੋਪੂਲੇਸ਼ਨ ਹੀ ਕਰੋੜਾਂ 'ਚ ਹੈ, ਸੋ ਆਬਵੀਅਸਲੀ ਇਹ ਕਰੋੜਸ 'ਚ ਹੀ ਜਾਏਗਾ। ਸੋ ਮਤਲਬ ਕਿਆ ਹੈ ਕਿ ਤੁਹਾਨੂੰ ਇੰਨੀ ਸਾਰੀ ਈਵੀਐਮਸ ਰੱਖਣ ਲਈ ਜਗ੍ਹਾ ਵੀ ਚਾਹੀਦੀ ਹੈ, ਸੋ ਵੇਅਰ ਹਾਊਸਿੰਗ ਕਾਸਟ ਵੀ ਵਧੇਗੀ, ਰਾਈਟ। ਲੌਜਿਸਟਿਕ ਕਾਸਟ ਵਧੇਗੀ, ਬਹੁਤ ਜ਼ਿਆਦਾ ਚੈਲੰਜਸ ਹੈ। ਇਸੇ ਲਈ ਸਾਈਮਲਟੇਨੀਅਸ ਇਲੈਕਸ਼ਨਸ ਦਾ ਜਿਹੜਾ ਇਹ ਆਈਡੀਆ ਹਜੇ ਤੱਕ ਇੰਪਲੀਮੈਂਟ ਨਹੀਂ ਹੋ ਪਾਇਆ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਵੋਟਰ ਬਿਹੇਵੀਅਰ ਤੇ ਇੰਪੈਕਟ ਹੋਏਗਾ, ਲੋਕ ਜਿਹੜੇ ਆ ਨੈਸ਼ਨਲ ਇਸ਼ੂਜ਼ ਦੇ ਪਿੱਛੇ ਜ਼ਿਆਦਾ ਵੋਟ ਕਰਨਗੇ। ਅਗਰ ਤੁਸੀਂ ਮੋਦੀ ਜੀ ਨੂੰ ਸੈਂਟਰ ਤੇ ਵੋਟ ਕਰ ਰਹੇ ਹੋ, ਸਟੇਟ 'ਚ ਵੀ ਯੂ ਆਰ ਲਾਈਕਲੀ ਟੂ ਵੋਟ ਫॉर ਮੋਦੀ ਜੀ ਦੈਨ, ਬਿਕੋਜ਼ ਸਟੇਟ ਇਸ਼ੂਜ਼ ਸ਼ੈਡੋ ਹੋ ਜਾਣਗੇ, ਸੈਂਟਰਲ ਲੈਵਲ ਤੇ ਜੋ ਆਈਡੀਆ ਹੈ ਉਹ ਜ਼ਿਆਦਾ ਪ੍ਰੀਡੋਮੀਨੈਂਟ ਹੋ ਜਾਏਗਾ, ਰਾਈਟ। ਐਂਡ ਅਕਾਊਂਟੇਬਿਲਿਟੀ ਇੰਪੈਕਟ ਹੋਏਗੀ। ਹੁਣ ਤਾਂ ਆਪਾਂ ਨੂੰ ਦੇਖੋ ਰਿਪੀਟਡਲੀ ਇਲੈਕਸ਼ਨਸ ਹੁੰਦੇ ਰਹਿੰਦੇ ਹੈ, ਤਾਂ ਗਵਰਨਮੈਂਟਸ ਨੂੰ, ਸਰਕਾਰਾਂ ਨੂੰ ਆਪਣੇ ਤਰਫ ਲਾਇਬਲ ਹੋਣਾ ਪੈਂਦਾ ਹੈ, ਅਕਾਊਂਟੇਬਲ ਹੋਣਾ ਪੈਂਦਾ ਆਫਟਰ ਰੈਗੂਲਰ ਇੰਟਰਵਲ। ਬਟ ਅਗਰ 5-5 ਸਾਲ ਬਾਅਦ ਇਲੈਕਸ਼ਨਸ ਹੋਣਗੇ ਦੈਨ ਦੇ ਕੈਨ ਬਿਕਮ ਲੈਕਸ ਐਂਡ ਦੇ ਮਾਈਟ ਇਗਨੋਰ ਅਵਰ ਨੀਡਸ, ਅਕਾਊਂਟੇਬਿਲਿਟੀ ਘੱਟ ਜਾਏਗੀ, ਰਾਈਟ। ਸੋ ਥੀਸ ਆਰ ਦ ਇਸ਼ੂਜ਼, ਡਿਟੇਲ ਵਿੱਚ ਤੁਸੀਂ ਪੜ੍ਹ ਸਕਦੇ ਹੋ। ਇਹਦੇ ਲਈ ਅੱਗੇ ਕਿਆ ਕਰ ਸਕਦੇ ਆ, ਬਹੁਤ ਸਾਰੇ ਮੈਥਡਸ ਵੀ ਦਿੱਤੇ ਗਏ ਨੇ। ਬਹੁਤ ਸਾਰੀ ਕੰਟਰੀ 'ਚ ਆਲਰੇਡੀ ਸਾਈਮਲਟੇਨੀਅਸ ਇਲੈਕਸ਼ਨਸ ਹੋ ਰਹੇ ਨੇ, ਸਾਊਥ ਅਫਰੀਕਾ, ਸਵੀਡਨ, ਬ੍ਰਿਟੇਨ, ਇਹੋ ਜਿਹੀ ਜਗ੍ਹਾਵਾਂ ਤੇ ਕਿਤੇ ਕਿਤੇ ਸਾਈਮਲਟੇਨੀਅਸ ਇਲੈਕਸ਼ਨਸ ਆਰ ਦੇਅਰ। So what can be done is moral code of conduct, ECI ਨਾਲ ਡਿਸਕਸ਼ਨ ਕਰਕੇ ਇਹ ਸਟੈਪ ਜਿਹੜਾ ਹੈ ਅੱਗੇ ਵਧਾਇਆ ਜਾਵੇ। that is what can be done, ਰਾਈਟ। ਨੈਕਸਟ ਹੈਗਾ ਟੂਰਿਜ਼ਮ ਸਮਿਟ। ਇਹ ਇੰਪੋਰਟੈਂਟ ਹੈ। ਦੇਖੋ ਟੂਰਿਜ਼ਮ ਵਧਾਉਣ ਦਾ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਵਿੱਚ। ਪੰਜਾਬ ਹੈਜ਼ ਬੀਨ ਡਿਪੈਂਡੈਂਟ ਔਨ ਐਗਰੀਕਲਚਰ, ਹੁਣ ਅਸੀਂ ਐਗਰੀਕਲਚਰ ਤੋਂ ਦੂਰ ਮੂਵ ਕਰਨਾ ਹੈ ਐਂਡ ਏਰੀਆਜ਼ ਲਾਈਕ ਟੂਰਿਜ਼ਮ ਨੀਡ ਟੂ ਬੀ ਸਟ੍ਰੈਸਡ। ਇਸ ਲਈ ਦੇਖੋ ਸੈਪਟੈਂਬਰ 11 ਤੋਂ 13 ਤੱਕ ਪੰਜਾਬ ਵਿੱਚ ਟੂਰਿਜ਼ਮ ਸਮਿਟ ਬਣਾਇਆ ਗਿਆ ਹੈ। ਸਮਿਟ ਦਾ ਮਤਲਬ ਕਿਆ ਹੁੰਦਾ ਹੈ? ਇਹਦੇ ਦੇਖੋ ਵੇਰੀਅਸ ਬਿਜ਼ਨਸਮੈਨ ਬੁਲਾਏ ਜਾਣਗੇ, ਐਂਟਰਪ੍ਰੀਨੋਰਸ ਬਣਾਏ ਜਾਣਗੇ, ਆਈਡੀਆ ਕ੍ਰੀਏਟਰਸ ਬੁਲਾਏ ਜਾਣਗੇ ਐਂਡ ਉਹਨਾਂ ਨੂੰ ਇਹ ਕਿਹਾ ਜਾਏਗਾ that ਪੰਜਾਬ ਵਿਲ ਸਪੋਰਟ ਯੂ, ਜਸਟ ਫੋਕਸ ਔਨ ਕ੍ਰੀਏਟਿੰਗ ਟੂਰਿਜ਼ਮ ਫੈਸਿਲਿਟੀਜ਼ ਇਨ ਪੰਜਾਬ, ਰਾਈਟ। ਇਹ ਬਹੁਤ ਇੰਪੋਰਟੈਂਟ ਸਟੈਪ ਹੈ ਪੰਜਾਬ ਦੀ ਇਕੋਨੋਮੀ ਨੂੰ ਬੂਸਟ ਕਰਨ ਲਈ, ਤਾਂ ਇਹਨੂੰ ਹਮੇਸ਼ਾ ਯਾਦ ਰੱਖਣਾ। ਆਂਸਰ ਛਾਪਾ ਯੂਜ਼ ਕਰ ਸਕਦੇ हैं। ਲਾਸਟ ਟੌਪਿਕ ਹੈ ਪ੍ਰਿਜ਼ਨ ਰਿਫਾਰਮਸ। ਸੋ ਦੇਖੋ ਲੇਟੈਸਟ ਕੁਝ ਦਿਨ ਪਹਿਲਾਂ ਹੀ ਜਸਟਿਸ ਅਮਿਤਾਵ ਰਾਓ ਕਮੇਟੀ ਨੇ ਆਪਦੀ ਰਿਪੋਰਟ ਸਬਮਿਟ ਕੀਤੀ ਹੈ, ਜਿਸ 'ਚ ਉਹਨਾਂ ਨੇ ਦੱਸਿਆ ਹੈ ਕਿ ਸਾਡੀ ਪ੍ਰਿਜ਼ਨਸ 'ਚ ਪ੍ਰੋਬਲਮਸ ਕਿਆ ਹੈ ਤੇ ਉਹਨਾਂ ਦੇ ਸੋਲਿਊਸ਼ਨਸ ਕਿਆ ਹੈ, ਠੀਕ ਹੈ। ਸੋ ਤੁਸੀਂ ਡਿਟੇਲ 'ਚ ਇਹ ਰਿਪੋਰਟ ਵੀ ਪੜ੍ਹ ਸਕਦੇ ਹੋ। ਸਾਰਾ ਕੰਟੈਂਟ ਮੈਂ ਇੱਥੇ ਦੇ ਦਿੱਤਾ ਹੈ। ਇੱਥੇ ਮੈਂ ਜਲਦ ਤੋਂ ਜਲਦ ਤੁਹਾਨੂੰ ਕੁਇਕਲੀ ਆਈਲ ਗੋ ਥਰੂ ਦਾ ਪੁਆਇੰਟਸ। ਸੋ ਸਭ ਤੋਂ ਪਹਿਲਾਂ ਇਹ ਕਮੇਟੀ ਨੇ ਪ੍ਰੋਬਲਮਸ ਕਿਆ ਹਾਈਲਾਈਟ ਕੀਤੀਆਂ ਹੈ। ਦੇਖੋ ਸਭ ਤੋਂ ਪਹਿਲੀ ਇਸ਼ੂ ਆਪਣੇ ਪ੍ਰਿਜ਼ਨਸ 'ਚ ਇਹ ਹੈ ਕਿ ਓਵਰ ਆਕਿਊਪੇਸ਼ਨ ਹੁੰਦੀ ਹੈ। ਦੈਟ ਮੀਨਸ ਹੁਣ ਇੱਕ ਕਮਰੇ 'ਚ ਸਮਝ ਲਓ 10 ਲੋਕਾਂ ਦੀ ਕਪੈਸਿਟੀ ਹੈ, ਇੱਕ ਪ੍ਰਿਜ਼ਨ ਦੇ ਵਿੱਚ 10 ਲੋਕਾਂ ਦੀ ਕਪੈਸਿਟੀ ਹੈ, ਬਟ ਐਕਚੁਅਲ ਵਿੱਚ ਇੰਡੀਆ ਵਿੱਚ ਇੱਕ ਪ੍ਰਿਜ਼ਨ ਦੇ ਵਿੱਚ ਆਲਮੋਸਟ 20 ਤੋਂ 30 ਲੋਕ ਹੋਣਗੇ, ਮਤਲਬ 100% ਤੋਂ ਵੀ ਜ਼ਿਆਦਾ ਜਿਹੜੀ ਆਕਿਊਪੈਂਸੀ ਇਹਨਾਂ ਜਗ੍ਹਾਵਾਂ ਦੀਆਂ ਹੈ, ਠੀਕ ਹੈ। ਸੋ ਇਹੀ ਡਾਟਾ ਕਿਹਾ ਜਾ ਰਿਹਾ ਹੈ। ਆਕਿਊਪੈਂਸੀ ਰੇਟ ਓਵਰਆਲ ਤੁਸੀਂ 2018 ਚ ਦੇਖੋ ਤਾਂ 122% ਹੈ। 10 ਹੋਣੇ ਚਾਹੀਦੇ ਹੈ ਬਟ ਐਕਚੁਅਲੀ 22-23 ਲੋਕ ਉੱਥੇ ਹੋਣਗੇ,
ਰਾਈਟ ਐਂਡ 7 ਸਟੇਟਾਂ ਵਿੱਚ ਤਾਂ ਆਕੂਪੈਂਸੀ ਰੇਟ 150% ਤੱਕ ਵੀ ਗਿਆ ਹੈ ਰਾਈਟ ਟੋਟਲ ਪ੍ਰਿਜ਼ਨਰਸ ਆਪਣੇ ਪ੍ਰਿਜ਼ਨਸ ਵਿੱਚ 5 ਲੱਖ ਦੇ ਜਾਂ 4.5 ਲੱਖ ਦੇ ਅਰਾਊਂਡ ਹੈ ਬਟ ਸੈਂਕਸ਼ਨ ਸਟਰੈਂਥ ਸਿਰਫ 3.8 ਲੱਖ ਹੈ ਠੀਕ ਹੈ ਸਾਡੀ ਪ੍ਰਿਜ਼ਨਸ ਸਿਰਫ 3.8 ਲੱਖ ਪ੍ਰਿਜ਼ਨਰਸ ਨੂੰ ਸਪੋਰਟ ਕਰ ਸਕਦੀਆਂ ਬਟ ਐਕਚੁਅਲੀ ਅਸੀਂ ਉੱਥੇ 4.5 ਲੱਖ ਪ੍ਰਿਜ਼ਨਰਸ ਭਰੇ ਹੋਏ ਨੇ ਠੀਕ ਹੈ ਓਵਰ ਦ ਈਅਰਸ ਪ੍ਰਿਜ਼ਨਰ ਸਟਰੈਂਥ 8.2% ਵਧੀ ਹੈ ਬਟ ਸਾਡੀ ਪ੍ਰਿਜ਼ਨਰਸ ਦੀ ਕਪੈਸਿਟੀ ਜਿਹੜੀ ਹੈ ਪ੍ਰਿਜ਼ਨਸ ਦੀ ਕਪੈਸਿਟੀ ਸਿਰਫ 0.7% ਵਧੀ ਹੈ ਸੋ ਆਬਵੀਅਸਲੀ ਯੂ ਕੈਨ ਸੀ ਕਿ ਕਿੰਨੀ ਘੱਟ ਸਪੇਸ 'ਚ ਕਿੰਨੇ ਜ਼ਿਆਦਾ ਲੋਕ ਰਹਿ ਰਹੇ ਨੇ ਰਾਈਟ ਉਸ ਤੋਂ ਬਾਅਦ ਸੈਕੰਡ ਇਸ਼ੂ ਹੈ ਸਾਡੇ ਪ੍ਰਿਜ਼ਨਸ 'ਚ ਅੰਡਰ ਟਰਾਇਲਸ ਬਹੁਤ ਹੈ ਅੰਡਰ ਟਰਾਇਲਸ ਮਤਲਬ ਜਿਨ੍ਹਾਂ ਤੇ ਹਜੇ ਇਲਜ਼ਾਮ ਪ੍ਰੂਵ ਨਹੀਂ ਹੋਇਆ ਹੈ ਬਟ ਉਹਨਾਂ ਤੇ ਸ਼ੱਕ ਹੈ ਠੀਕ ਹੈ ਅੰਡਰ ਟਰਾਇਲ ਉਹਨਾਂ ਤੇ ਹਜੇ ਕੇਸ ਚੱਲ ਰਿਹਾ ਹੈ ਸਾਡੀ ਪ੍ਰਿਜ਼ਨਸ ਮੋਸਟਲੀ ਅੰਡਰ ਟਰਾਇਲਸ ਨਾਲ ਭਰੀਆਂ ਹੋਈਆਂ ਹੈ ਅਗਰ ਤੁਸੀਂ ਇਹਦਾ ਵੀ ਡਾਟਾ ਦੇਖੋ ਆਲਦੋ ਇਹ ਕਮੇਟੀ ਨੇ ਨਹੀਂ ਦਿੱਤਾ ਬਟ ਪ੍ਰੀਵੀਅਸ ਡਾਟਾਸ ਦੇ ਅਕੋਰਡਿੰਗ ਮੈਂ ਤੁਹਾਨੂੰ ਦੱਸਦੀ ਹਾਂ almost 67% of our prisoners are under trials themselves ਵਿਚਾਰੇ ਹਜੇ ਉਹਨਾਂ ਨੂੰ ਕੋਈ ਸਜ਼ਾ ਮਿਲੀ ਨਹੀਂ ਹੈ ਬਟ ਕਿਉਂਕਿ ਉਹਨਾਂ ਦਾ ਕੇਸ ਸੋਲਵ ਨਹੀਂ ਹੋਇਆ ਹੈ ਹਜੇ ਜੁਡੀਸ਼ਰੀ ਨੇ ਕੋਈ ਨਤੀਜਾ ਨਹੀਂ ਦਿੱਤਾ ਤਾਂ ਇਸ ਲਈ ਸਾਲਾਂ ਸਾਲਾਂ ਉਹ ਪ੍ਰਿਜ਼ਨ 'ਚ ਸੜਦੇ ਰਹਿੰਦੇ ਨੇ ਠੀਕ ਹੈ ਇਹ ਬਹੁਤ ਕੰਸਰਨਿੰਗ ਇਸ਼ੂ ਹੈ ਅਗਰ ਸਮਝ ਲਓ ਅਗਰ ਇਹ ਲੋਕ ਇਨੋਸੈਂਟ ਪ੍ਰੂਵ ਹੁੰਦੇ ਹੈ ਦੈਟ ਮੀਨਸ ਇਹਨਾਂ ਸਾਲਾਂ ਹੀ ਇਹਨਾਂ ਨੇ ਜੇਲ੍ਹ 'ਚ ਕੱਢ ਤੇ ਵਿਦਆਊਟ ਐਨੀ ਕ੍ਰਾਈਮ ਇਹ ਵੀ ਬਹੁਤ ਵੱਡਾ ਹਿਊਮਨਿਟੇਰੀਅਨ ਇਸ਼ੂਜ਼ ਹੈ ਇਹਦਾ ਪ੍ਰਿਜ਼ਨ ਦਾ ਇਸ਼ੂ ਤਾਂ ਹੈ ਹੀ ਬਟ ਹਿਊਮਨਿਟੇਰੀਅਨ ਇਸ਼ੂ ਵੀ ਬਹੁਤ ਹਾਈ ਹੈ ਰਾਈਟ ਨੈਕਸਟ ਇਸ਼ੂ ਹੈ ਪ੍ਰਿਜ਼ਨ ਸਟਾਫ ਦੀ ਵੀ ਕਮੀ ਬਹੁਤ ਜ਼ਿਆਦਾ ਹੈ ਵੈਕੈਂਸੀ ਆਲਮੋਸਟ 30 to 40% ਚੱਲਦੀ ਰਹਿੰਦੀ ਹੈ ਅਗਰ ਤੁਸੀਂ ਪਰ ਪ੍ਰਿਜ਼ਨਰ ਪੋਪੂਲੇਸ਼ਨ ਦੇਖੋ ਸਟਾਫ ਦੀ ਬਹੁਤ ਹਾਈ ਲੋ ਹੈ ਜਿਹਦੇ ਕਰਕੇ ਪ੍ਰਿਜ਼ਨ ਮੈਨੇਜਮੈਂਟ 'ਚ ਇਸ਼ੂ ਆਉਂਦੇ ਹੈ ਸੋ ਦੈਟ ਇਜ਼ ਐਨ ਇਸ਼ੂ ਅਨਹਾਈਜੀਨਿਕ ਫੂਡ ਕੰਡੀਸ਼ਨਸ ਹੈ ਦੇਖੋ ਇਹ ਸਭ ਤਾਂ ਤੁਸੀਂ ਸੰਜੂ ਪਿਕਚਰ ਦੇਖ ਸਕਦੇ ਹੋ ਇਫ ਯੂ ਵਾਂਟ ਟੂ ਸੰਜੇ ਦੱਤ ਦੀ ਜਿਹੜੀ ਬਾਇਓਗ੍ਰਾਫੀ ਤੇ ਬੇਸਡ ਜਿਹੜੀ ਪਿਕਚਰ ਹੈ ਕਿ ਪ੍ਰਿਜ਼ਨਸ ਦੀ ਕੰਡੀਸ਼ਨ ਕਾਫੀ ਬੇਕਾਰ ਹੈ ਇਫ ਅਗਰ ਇਹ ਮੂਵੀ ਨਹੀਂ ਦੇਖਣੀ ਤਾਂ ਤੁਸੀਂ ਕ੍ਰਿਮੀਨਲ ਜਸਟਿਸ ਜਾਂ ਇਸ ਤਰੀਕੇ ਦੇ ਬਹੁਤ ਸਾਰੇ ਪਤਾਲ ਲੋਕ ਟਾਈਪ ਸੀਰੀਅਲਸ ਦੇਖ ਸਕਦੇ ਹੋ ਦੇ ਆਲ ਸ਼ੋਕੇਸ ਦੀ ਪੂਅਰ ਕੰਡੀਸ਼ਨ ਆਫ ਇੰਡੀਅਨ ਪ੍ਰਿਜ਼ਨਸ ਸੋ ਫੂਡ ਬੁਰਾ ਹੈ ਟਾਇਲਟਸ ਬੁਰੀਆਂ ਹੁੰਦੀਆਂ ਹੈ all of that has to be suffered by the prisoner humanitarian conditions ਅੱਛੀਆਂ ਨਹੀਂ ਹੈ ਬੇਸਿਕਲੀ ਠੀਕ ਹੈ ਜੀ ਨੈਕਸਟ ਹੈਗਾ ਵਿਮਨ ਜਿਹੜੀਆਂ ਹੈ ਵਿਮਨ ਦੇਖੋ ਵਿਮਨ ਪ੍ਰਿਜ਼ਨਰਸ ਵੀ ਹੁੰਦੇ ਹੈ ਇਹਨਾਂ ਦੇ ਅੱਡ ਹੀ ਇਸ਼ੂਜ਼ ਫੇਸ ਕੀਤੇ ਜਾਂਦੇ ਹੈ ਦੇਖੋ ਬਹੁਤ ਸਾਰੀ ਵਿਮਨ ਸਿਰਫ 18% ਵਿਮਨ ਨੂੰ ਵਿਮਨ ਐਕਸਕਲੂਸਿਵ ਪ੍ਰਿਜ਼ਨਸ ਮਿਲਦੀਆਂ ਹੈ ਅਦਰਵਾਈਜ਼ ਦੇ ਆਰ ਸਟੇਇੰਗ ਇਨ ਦੀ ਮੈਨ ਪ੍ਰਿਜ਼ਨਰਸ ਇਟਸੈਲਫ ਠੀਕ ਹੈ ਮੇਲ ਤੇ ਫੀਮੇਲ ਇਕੱਠੇ ਰਹਿ ਰਹੇ ਆ ਉਹ ਵੀ ਕ੍ਰਿਮੀਨਲਸ ਠੀਕ ਹੈ ਇਹ ਬਹੁਤ ਜ਼ਿਆਦਾ ਸਿਕਿਉਰਿਟੀ ਇਸ਼ੂਜ਼ ਵਿਮਨ ਲਈ ਅਰਾਈਜ਼ ਕਰਦੇ ਨੇ ਉਸ ਤੋਂ ਬਾਅਦ ਸੈਨੇਟਰੀ ਪ੍ਰੋਡਕਟਸ ਪ੍ਰਿਜ਼ਨਸ 'ਚ ਨਹੀਂ ਮਿਲਦੇ ਹੈ ਹੈਲਥ ਪ੍ਰੋਡਕਟਸ ਨਹੀਂ ਮਿਲਦੇ ਹੈ ਬੱਚਿਆਂ ਨਾਲ ਰਹਿਣ ਦਾ ਵੀ ਲਿਮਿਟਿਡ ਟਾਈਮ ਹੁੰਦਾ ਹੈ ਤਾਂ ਵਿਮਨ ਨੂੰ ਕਾਫੀ ਇਸ਼ੂਜ਼ ਫੇਸ ਕਰਨੇ ਪੈਂਦੇ ਹੈ ਅਨਹਾਈਜੀਨਿਕ ਕੰਡੀਸ਼ਨਸ lack of medical assistance so that is why women also are facing a lot of issues in the prisons ਠੀਕ ਹੈ ਸੋ ਇਸ ਲਈ ਇਹ ਕਮੇਟੀ ਨੇ ਕਾਫੀ ਸਾਰੇ ਰਿਕਮੈਂਡੇਸ਼ਨਸ ਦਿੱਤੇ ਹੈ ਓਵਰਕਰਾਊਡਿੰਗ ਘਟਾਉਣ ਲਈ ਕਿਆ ਕੀਤਾ ਜਾ ਸਕਦਾ ਹੈ ਜਲਦੀ ਤੋਂ ਜਲਦੀ ਕੇਸ ਸੋਲਵ ਕੀਤੇ ਜਾਣ ਲਾਇਰਸ ਵਧਾਏ ਜਾਣ ਜੁਡੀਸ਼ਰੀ ਆਈ ਵੁੱਡ ਸੇ ਜੱਜਿਸ ਵੀ ਵਧਾਏ ਜਾਣ ਆਲਦੋ ਇਹਨਾਂ ਨੇ ਕਿਹਾ ਨਹੀਂ ਸਭ ਤੋਂ ਵੱਡਾ ਇਸ਼ੂ ਤਾਂ ਇਹੀ ਹੈ ਕਿ ਸਾਡੀ ਜੁਡੀਸ਼ਰੀ ਇੰਨੀ ਓਵਰਬਰਡਨਡ ਹੈ ਇੰਨੇ ਕੇਸਿਸ ਹੁੰਦੇ ਆ ਕਿ ਜੁਡੀਸ਼ਰੀ ਹੀਅਰ ਹੀ ਨਹੀਂ ਕਰ ਪਾਉਂਦੀ ਰਾਈਟ ਸੋ ਇਸੇ ਲਈ ਦੇਖੋ ਇਹਨਾਂ ਨੇ ਕਿਹਾ ਸਪੈਸ਼ਲ ਕੋਰਟਸ ਨੂੰ ਜੁਡੀਸ਼ਰੀ 'ਚ ਰਿਫਾਰਮ ਲਿਆਉਣ ਲਈ ਇਹਨਾਂ ਨੇ ਕਿਹਾ ਗਿਆ ਸਪੈਸ਼ਲ ਕੋਰਟਸ ਐਸਟੈਬਲਿਸ਼ ਕੀਤੇ ਜਾਣ ਫਾਸਟ ਟਰੈਕ ਕੋਰਟਸ ਫॉर ਸਮ ਕੇਸਿਸ ਰਾਈਟ ਪੈਟੀ ਆਫੈਂਸਿਸ ਹੈ ਉਹਨਾਂ ਲਈ ਅਲੱਗ ਤੋਂ ਠੀਕ ਹੈ ਐਂਡ ਦੈਨ ਐਡਜੋਰਨਮੈਂਟਸ ਘੱਟ ਕੀਤੀਆਂ ਜਾਣ ਜੁਡੀਸ਼ਰੀ ਜਿਹੜੀ ਹੈ ਜਲਦੀ ਤੋਂ ਜਲਦੀ ਫੈਸਲਾ ਦੇ ਰਾਦਰ ਦੈਨ ਤਾਰੀਖ ਤੇ ਤਾਰੀਖ ਵਾਲੇ ਫਿਨੋਮੀਨਾ ਤੇ ਫੋਕਸ ਕਰੇ ਤੇ ਛੋਟੇ ਛੋਟੇ ਕ੍ਰਾਈਮਸ ਲਈ ਕਮਿਊਨਿਟੀ ਸਰਵਿਸ ਦੋ ਰਾਦਰ ਦੈਨ ਪੁਟਿੰਗ them in jails that is what they have recommended ਨੈਕਸਟ ਪ੍ਰਿਜ਼ਨਰਸ ਦੇ ਲਈ ਲੀਗਲ ਏਡ ਵਧਾਈ ਜਾਵੇ ਆਈਸੀਟੀ ਇਨਫੋਰਮੇਸ਼ਨ ਟੈਕਨੋਲੋਜੀ ਨੂੰ ਯੂਜ਼ ਕੀਤਾ ਜਾਵੇ ਜਲਦੀ ਯੂ نو ਕੇਸਿਸ ਰਿਜ਼ੋਲਵ ਕਰਨ ਲਈ ਫ੍ਰੀ ਫੋਨ ਕਾਲ ਦੀ ਫੈਸਿਲਿਟੀ ਹੋਣੀ ਚਾਹੀਦੀ ਹੈ ਪ੍ਰਿਜ਼ਨਰਸ ਨੂੰ ਦੇਖੋ ਆਪਾਂ ਨਹੀਂ ਚਾਹੁੰਦੇ ਕਿ ਉਹਨਾਂ ਦੀ ਮੈਂਟਲ ਹੈਲਥ ਤੇ ਇੰਪੈਕਟ ਹੋਵੇ ਤਾਂ ਉਹਨਾਂ ਨੂੰ ਫੈਮਿਲੀ ਨਾਲ ਕਨੈਕਟ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਜਿਹਦੇ ਲਈ ਇੱਕ ਫ੍ਰੀ ਫੋਨ ਕਾਲ ਹੋਣਾ ਚਾਹੀਦਾ ਹੈ ਰਾਈਟ ਸੋ ਇਹ ਸਾਰੇ ਮੈਜਰਸ ਲੈ ਸਕਦੇ ਹੈ ਵੈਕੈਂਸੀਜ਼ ਨੂੰ ਜਲਦੀ ਤੋਂ ਜਲਦੀ ਫਿਲ ਕੀਤਾ ਜਾਵੇ ਐਟ ਐਵਰੀ ਲੈਵਲ ਪ੍ਰਿਜ਼ਨਸ 'ਚ ਵੀ ਜੁਡੀਸ਼ਰੀ ਤੇ ਵੀ ਜਿੱਥੇ ਵੀ ਅਥਾਰਟੀਜ਼ ਘੱਟ ਹੈ ਉੱਥੇ ਵੈਕੈਂਸੀਜ਼ ਨੂੰ ਫੁੱਲ ਕੀਤਾ ਜਾਵੇ ਜਲਦੀ ਤੋਂ ਜਲਦੀ ਫੂਡ ਦੇ ਲਈ ਮਾਡਰਨ ਕੁਕਿੰਗ ਫੈਸਿਲਿਟੀਜ਼ ਬਣਾਈ ਜਾਣ ਕੈਂਟੀਨਸ ਵਗੈਰਾ ਬਣਾਈ ਜਾਣ ਜਾਂ ਬਾਹਰੋਂ ਆਈਟਮਸ ਤੁਸੀਂ ਬਾਏ ਕਰੋ ਜਾਂ ਜਿਵੇਂ ਵੀ ਕਰੋ ਹਾਈਜੀਨਿਕ ਫੂਡ ਜਿਹੜਾ ਹੈ ਪ੍ਰੋਵਾਈਡ ਕਰੋ ਰਾਈਟ ਦਿਸ ਇਜ਼ ਵਾਟ ਹੈਜ਼ ਬੀਨ ਰਿਕਮੈਂਡਡ ਬਾਈ ਦੀ ਕਮੇਟੀ ਸੋ ਇਹ ਰਿਕਮੈਂਡੇਸ਼ਨਸ ਤੁਸੀਂ ਹੋਰ ਡਿਟੇਲ 'ਚ ਪੜ੍ਹ ਸਕਦੇ ਹੋ ਕੰਮ ਆਉਣਗੀਆਂ ਤੁਹਾਡੇ ਲਿਖਣ ਵਿੱਚ ਆਨਸਰਸ ਰਾਈਟ ਤੇ ਬਾਕੀ ਕਮੇਟੀ ਕਹਿ ਰਹੀ ਹੈ ਪਰਸਨਲ ਰਿਕੋਗਨੀਜ਼ੈਂਸ ਬੌਂਡ ਵੀ ਸਾਈਨ ਕਰਾਏ ਜਾ ਸਕਦੇ ਹੈ ਇਹ ਕਿਆ ਹੁੰਦਾ ਹੈ ਦੇਖੋ ਇਹ ਸਿਸਟਮ ਸ਼ੁਰੂ ਹੋਇਆ ਸੀ
ਕਿ ਅਗਰ ਤੁਸੀਂ ਇੱਕ ਪਰਸਨ ਦੇ ਅਗੇਂਸਟ ਕੇਸ ਫਾਈਲ ਕੀਤਾ ਗਿਆ ਹੈ, ਅਗਰ ਉਹ ਕੇਸ ਹਜੇ ਚੱਲ ਹੀ ਰਿਹਾ ਹੈ, ਹਜੇ ਕੁਝ ਪ੍ਰੂਵ ਨਹੀਂ ਹੋਇਆ ਹੈ, ਤਾਂ ਇੰਸਟੈਡ ਆਫ ਪੁਟਿੰਗ ਦਿਸ ਪਰਸਨ ਇਨਟੂ ਦੀ ਜੇਲ, ਅਗਰ ਉਹ ਪਰਸਨ ਦਾ ਬਿਹੇਵੀਅਰ ਸਹੀ ਹੈ, ਮਤਲਬ ਉਹ ਡੇਂਜਰਸ ਪਰਸਨ ਨਹੀਂ ਹੈ, ਛੋਟਾ ਮੋਟਾ ਕ੍ਰਾਈਮ ਹੈ ਉਹਦੇ ਅਗੇਂਸਟ, ਤਾਂ ਕਿਆ ਕਰ ਸਕਦੇ ਹੈ ਕਿ ਉਹਦੇ ਤੋਂ ਇੱਕ ਬੌਂਡ ਸਾਈਨ ਕਰਾ ਸਕਦੇ ਹੈ ਕਿ ਤੂੰ ਬਈ ਇਹ ਸ਼ਹਿਰ ਛੱਡ ਕੇ ਕਿਤੇ ਨਹੀਂ ਜਾਏਗਾ ਜਦ ਤੱਕ ਕੇਸ ਚੱਲ ਰਿਹਾ ਹੈ, ਅਗਰ ਕਿਤੇ ਵੀ ਜਾਏਗਾ ਤਾਂ ਸਾਨੂੰ ਦੱਸ ਕੇ ਜਾਏਗਾ, ਪੁਲਿਸ ਵਿਲ ਸੇ। ਐਂਡ ਹਰ ਰੋਜ਼ ਪੁਲਿਸ 'ਚ ਕਾइंड ऑफ ਅਟੈਂਡੈਂਸ ਲਗਾਣੀ ਪਏਗੀ, ਸੁਬਾਹ ਆ ਕੇ ਸਾਈਨ ਕਰਕੇ ਜਾਏਗਾ, ਸ਼ਾਮ ਨੂੰ ਆ ਕੇ ਸਾਈਨ ਕਰਕੇ ਜਾਏਗਾ, ਰਾਈਟ। ਸੋ ਇਹਦਾ ਨਾਲ ਕੀ ਹੋਊਗਾ, ਪਰਸਨ ਆਪਦੀ ਨਾਰਮਲ ਲਾਈਫ ਜੀ ਸਕਦਾ ਹੈ, ਕੰਮਕਾਰ ਕਰ ਸਕਦਾ, ਆਪਦੀ ਫੈਮਿਲੀ ਨਾਲ ਰਹਿ ਸਕਦਾ ਹੈ, ਜੇਲ੍ਹ ਵਿੱਚ ਸੜਨ ਦੀ ਲੋੜ ਨਹੀਂ ਹੈ। ਇਹਦੇ ਨਾਲ ਕੀ ਹੋਊ, ਜੇਲ੍ਹ ਤੇ ਵੀ ਇੰਪੈਕਟ ਪ੍ਰੈਸ਼ਰ ਘਟੇਗਾ ਤੇ ਅੱਛਾ ਕ੍ਰਿਮੀਨਲ ਜਸਟਿਸ ਸਿਸਟਮ ਬਣ ਕੇ ਆਏਗਾ, ਰਾਈਟ। ਸੋ ਇਹ ਸਿਸਟਮ ਜਿਹੜਾ ਹੈ ਇਹ ਕਮੇਟੀ ਪ੍ਰਮੋਟ ਕਰ ਰਹੀ ਹੈ, ਸੋ ਇਹਨੂੰ ਆਪਾਂ ਨੂੰ ਅੱਗੇ ਵਧਾਉਣਾ ਚਾਹੀਦਾ ਹੈ, ਦੈਟ ਇਜ਼ ਵਾਟ ਦੇ ਆਰ ਸੇਇੰਗ, ਰਾਈਟ। ਸੋ ਇਹ ਸਭ ਚੀਜ਼ਾਂ ਤੁਸੀਂ ਪੜ੍ਹ ਸਕਦੇ ਹੋ, ਆਨਸਰ ਕੰਮ ਆ ਸਕਦੀਆਂ ਹੈ। That is all for today's discussion. Please like, share and subscribe. Thank you so much for joining.